ਵਾਹਿਗੁਰੂ ਚਾਰ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਚੌਥਾ। ਸ੍ਰੀ ਰਾਗ ਦੇ ਅੰਦਰ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਜੀ। ਤਿਨਸ ਚੜ੍ਹੈ ਫਿਰ ਆਠਵੈ, ਰੈਣ ਸਬਾਈ ਜਾਏ। ਸਤਿਗੁਰੂ ਬਖਸ਼ਿਸ਼ ਕਰਦੇ ਹੈ ਕਿ ਦਿਨ ਚੜ੍ਹਦਾ ਹੈ, ਫਿਰ ਆਥਣ ਆਠਵੇਂ ਦਰ ਤੇ ਸ਼ਾਮ ਪੈ ਜਾਂਦੀ ਹੈ, ਤੇ ਫਿਰ ਰੈਣ ਸਬਾਈ ਸਬਾਈ ਦਰ ਹੁੰਦਾ ਸਾਰੀ ਰੈਣ ਦਰ, ਫਿਰ ਰਾਤ ਰਾਤ ਵੀ ਚਲੀ ਜਾਂਦੀ ਹੈ। ਗੁਰਮੁਖ ਸਤਿਗੁਰਾਂ ਦੇ ਕਹਿਣ ਦਾ ਭਾਵ ਹੈ, ਅਗਲੀ ਪੰਕਤੀ 'ਚ ਸਪਸ਼ਟ ਹੋਏਗਾ ਵੀ ਮਹਾਰਾਜ ਨੇ ਇਹ ਗੱਲ ਕਿਉਂ ਕਹੀ ਵੀ ਦਿਨ ਚੜ੍ਹਦੇ ਆਥਣ ਹੁੰਦੀ ਹੈ ਤੇ ਫਿਰ ਰਾਤ ਲੱਗ ਜਾਂਦੀ ਹੈ। ਆਗ ਕਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਲੁਕਾਏ। ਮਹਾਰਾਜ ਕਹਿਣਾ ਚਾਹੁੰਦੇ ਹੈ ਦਿਨ ਜਾਂ ਤਾਂ ਚਲੋ ਪੰਕਤੀ ਪੜ੍ਹ ਲੈਂਦੇ ਵੀ ਦਿਨ ਤੇ ਪਹਿਰ, ਪਹਿਰ ਤੇ ਘਰੀਆਂ ਆਪ ਘਟੈ ਤਨ ਸੀਜੈ। ਬਸ ਆਹੀ ਗੱਲ ਮਹਾਰਾਜ ਕਹਿੰਦੇ ਆ। ਜਿਹੜਾ ਦਿਨ ਅੱਜ ਸਾਡੇ ਜੀਵਨ 'ਚ ਚੜ੍ਹ ਗਿਆ ਹੈ ਨਾ, ਜਿੰਨਾ ਸਮਾਂ ਲੰਘ ਗਿਆ ਹੈ ਨਾ, 7 ਵੱਜ ਗਏ ਹੈ, ਇਹ ਸਮਾਂ ਸਾਨੂੰ ਦੁਬਾਰਾ ਪ੍ਰਾਪਤ ਨਹੀਂ ਹੋਣਾ ਹੈ। ਦਿਨ ਚੜ੍ਹ ਗਿਆ ਫਿਰ ਆਥਣ ਪੈ ਜਾਣੀ ਹੈ, ਫਿਰ ਰਾਤ ਲੰਘ ਜਾਣੀ ਹੈ। ਇਹ ਰਾਤ ਸਾਡੇ ਜੀਵਨ 'ਚੋਂ ਘਟ ਗਈ, ਇਹ ਦਿਨ ਸਾਡੇ ਜੀਵਨ 'ਚੋਂ ਬੀਤ ਚੁੱਕਿਆ ਹੈ। ਗੁਰਮੁਖੋ ਜਦੋਂ ਅਸੀਂ ਆਏ ਨਾ ਸੰਸਾਰ ਤੇ ਗੁਰੂ ਸਾਹਿਬ ਜੀ ਕਹਿੰਦੇ ਰੱਬ ਨੇ ਸਮਾਂ ਤੇ ਸਵਾਸ ਗਿਣਤੀ ਦੇ ਸਾਨੂੰ ਦਿੱਤੇ ਹੈ। ਮਹਾਰਾਜ ਕਹਿੰਦੇ ਹੈ ਘਨ ਘਾਲੇ ਸਭ ਦਿਵਸ ਸਾਸ, ਦਿਨ ਤੇ ਸਵਾਸ ਨਹਿ ਵਢਣ ਘਟਣ ਤੇਲ ਸਾਰ। ਮਹਾਰਾਜ ਕਹਿੰਦੇ ਇਹਦੇ 'ਚ ਤੇਲ ਜਿੰਨਾ ਵੀ ਵਾਧਾ ਘਾਟਾ ਨਹੀਂ ਹੋਣਾ। ਮੰਨ ਲਓ ਵੀ ਹੁਣ ਦਿਨ ਲੰਘਦੇ ਜਾਂਦੇ, ਦਿਨ ਗਿਣਤੀ ਦੇ ਨੇ ਸਾਡੇ ਕੋਲ, ਸਵਾਸ ਲੰਘਦੇ ਜਾਂਦੇ, ਸਵਾਸ ਗਿਣਤੀ ਦੇ ਹੈ, ਤੇ ਜਿਹੜੇ ਲੰਘਦੇ ਜਾਂਦੇ ਉਹ ਘਟਦੇ ਹੀ ਤੇ ਜਾਂਦੇ ਹੈ। ਅਸੀਂ ਜਿੰਨੇ ਸਾਲਾਂ ਦੇ ਵੀ ਹੋ ਗਏ, 365 ਦਿਨ ਹੁੰਦੇ ਜੀ ਇੱਕ ਸਾਲ 'ਚ, ਤੇ ਉਹ ਇੱਕ ਸਾਲ 'ਚ ਸਾਡੇ 365 ਦਿਨ ਘਟ ਜਾਂਦੇ ਹੈ ਜੀਵਨ 'ਚੋਂ। ਜਿੰਨੇ ਦਿਨ ਅਸੀਂ ਇਹ ਵੈਸੇ ਸਾਨੂੰ ਕਾਊਂਟ ਕਰਨਾ ਚਾਹੀਦਾ। ਚਲੋ ਸਾਡੇ ਹਿੰਦੁਸਤਾਨ ਦੇ ਮਹਾਂਪੁਰਖਾਂ ਨੇ ਕਿਹਾ ਵੀ 2.5 ਘੰਟੇ ਰੋਜ਼ ਦੇ ਕੱਢੋ। ਚਲੋ ਇਹਦੇ ਛੋੜ ਨੇ ਉਹਨਾਂ ਵੱਲੋਂ ਬਹੁਤ ਜ਼ਿਆਦਾ। ਗੁਰੂ ਸਾਹਿਬ ਜੀ ਨਹੀਂ ਇਹ ਗੱਲ ਕਹਿੰਦੇ ਵੀ ਤੁਸੀਂ 2.5 ਘੰਟੇ ਕੱਢਦੇ ਆ, ਮਹਾਰਾਜ ਨਹੀਂ ਇਹ ਗੱਲ ਕਹਿੰਦੇ, ਤੇ ਮਹਾਂਪੁਰਸ਼ਾਂ ਨੇ ਸਾਨੂੰ ਛੋੜ ਦਿੱਤੀ, ਕਹਿੰਦੇ ਘੱਟ ਤੋਂ ਘੱਟ 24 ਘੰਟਿਆਂ 'ਚੋਂ 2.5 ਘੰਟੇ ਤੇ ਕੱਢੋ। ਤੇ ਆਪਾਂ ਕਿਤੇ ਕਾਊਂਟ ਕਰੀਏ ਵੀ ਇੰਨੇ ਸਾਲਾਂ ਦਾ ਮੈਂ ਹੋ ਗਿਆ ਤੇ ਕੀ ਹਰੇਕ ਦਿਨ 'ਚੋਂ 2.5 ਘੰਟੇ ਮੈਂ ਬੰਦਗੀ ਕੀਤੀ ਹੈ? ਜੇ ਨਹੀਂ ਕੀਤੀ ਤੇ ਹੁਣ ਮੇਰੇ ਖਿਆਲ ਤੇ ਸਾਨੂੰ ਸਾਰਾ ਜਿਹੜਾ ਕਾਊਂਟ ਜਿਹੜਾ, ਚਲੋ ਮਹਾਂਪੁਰਖਾਂ ਦੇ ਕਹਿਣ ਅਨੁਸਾਰ ਹੀ ਸ਼ਾਇਦ ਅਸੀਂ ਪ੍ਰਵਾਨ ਹੋ ਜਾਈਏ ਵੀ ਉਹ ਅਸੀਂ 2.5 ਘੰਟੇ ਤੇ ਰੋਜ਼ ਦੇ ਬਣਾ ਲਈਏ ਨਾ, ਇੰਨੀ ਕੁ ਬੰਦਗੀ ਹੋ ਜਾਏ ਸਾਡੀ। 24 ਘੰਟਿਆਂ 'ਚੋਂ 2.5 ਘੰਟੇ ਕੋਈ ਜ਼ਿਆਦਾ ਨਹੀਂ ਹੈ। ਇੰਨੇ ਕੁ ਤੇ ਸਮਾਂ ਕੱਢੀਏ। ਭਗਤ ਕਬੀਰ ਜੀ ਨੇ ਕਿਹਾ ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਤੇ ਜੋ ਕੀਨੋ ਸੋ। ਲਾਭ ਇਹਨਾਂ ਦਾ ਹੀ ਹੈ, ਲਾਭ 2.5 ਘੰਟਿਆਂ ਦਾ ਹੀ ਹੈ। ਬਾਕੀ ਜਿਹੜੇ ਉਹ 21.5 ਘੰਟੇ ਲੱਗ ਜਾਂਦੇ ਉਹਨਾਂ ਦਾ ਕੋਈ ਲਾਭ ਨਹੀਂ। ਉਹਦੇ ਧੰਦਾ ਕਰ ਪਿਆ, ਨੇਹ ਫਲ ਜਨਮ ਗਵਾਇਆ, ਉਹਦੇ ਭੱਜ ਦੌੜ ਦੁਨਿਆਵੀ ਹੈ। ਮਹਾਰਾਜ ਕਹਿੰਦੇ ਜੋ ਪਾਵੇ ਭਾਂਡੇ ਵਿੱਚ ਵਸਤ ਸਾਰ ਨਿਕਲੇ, ਕਿਆ ਕੋਈ ਕਦੇ ਵਿਚਾਰਾ ਸੰਗਵਾਰ ਝੁਣੇ ਬਚਨ ਸੁਣੇ। ਚਲੋ ਇਸ ਵਿਸ਼ੇ ਨਾਲ ਸੰਬੰਧਿਤ ਅਰਥ ਕਰੀਏ। ਭਾਂਡਾ ਸਰੀਰ ਹੈ ਤੇ ਵਸਤੂ ਸਵਾਸ ਇਹਦੇ ਅੰਦਰ, ਤੇ ਰੱਬ ਨੇ ਜਿੰਨੇ ਪਾਏ ਨਿਕਲਣਗੇ ਉਹਨੇ, ਤੇ ਨਿਕਲਦੇ ਰੋਜ਼ਾਨਾ ਹੀ ਹੈ। ਬੰਦਗੀ 'ਚ ਬੈਠਿਆਂ ਸਵਾਸ ਘੱਟ ਖਰਚ ਹੁੰਦੇ ਹੈ, ਸੁੱਤਿਆ ਸਭ ਤੋਂ ਵੱਧ ਸਵਾਸ ਬਤੀਤ। ਜਿਹੜਾ ਬੰਦਾ ਜ਼ਿਆਦਾ ਸੁੱਤੇ ਉਹਦੇ ਚਲੋ ਉਮਰ ਵੈਸੇ ਵੀ ਮੈਡੀਕਲ ਸਾਇੰਸ ਵੀ ਕਹਿੰਦੀ ਘੱਟਦੀ ਹੈ, ਸਰੀਰ ਵੀ ਕਮਜ਼ੋਰ ਹੁੰਦਾ ਹੈ, ਤੇ ਉਹਨਾਂ ਨੇ ਸਮਾਂ ਦਿੱਤਾ ਵੀ ਸਾਨੂੰ 7 ਤੋਂ 8 ਘੰਟੇ ਤੱਕ ਹੀ ਜਿਹੜਾ ਉਹ ਸੌਣਾ ਚਾਹੀਦਾ ਹੈ। ਜਿਹੜੇ ਬੰਦੇ ਘਰ ਘਰ ਖਾਇਆ, ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ, ਉਹ ਖਾ ਕੇ ਸੌਂਦੇ ਹੈ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ।
ਜਾਏ ਵੀ 24 ਘੰਟੇ ਹੀ ਖਾ ਲਿਆ ਸੌਂ ਲਿਆ ਤੇ ਫਿਰ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਹੀ ਮੌਤ ਵੀ ਭੁੱਲ ਗਏ। ਘੱਟ ਤੋਂ ਘੱਟ ਸਾਨੂੰ ਸ਼ੁਰੂ ਤੋਂ ਲੈ ਕੇ ਕਾਊਂਟ ਕਰਕੇ 2.5 ਘੰਟੇ ਰੋਜ਼ ਦੀ ਬੰਦਗੀ ਕਰ ਲੈਣੀ ਚਾਹੀਦੀ ਹੈ। ਜੇ ਨਹੀਂ ਪਿੱਛੇ ਆਪਾਂ ਕਈ ਵਾਰੀ ਨਿਤਨੇਮ ਰਹਿ ਜੇ ਤੇ ਅਗਲੇ ਦਿਨ ਕਰਦੇ ਨਾ ਵੀ ਭਾਈ ਡਬਲ ਨਿਤਨੇਮ ਕਰਨਾ, ਕੱਲ ਦਾ ਪੂਰਾ ਕਰਨਾ ਹੈ ਤੇ ਆਪਾਂ ਹੋਣੀ ਜਿੰਨਾ ਕੋਈ ਸਮਾਂ ਬਾਕੀ ਉਹ ਕਿੰਨਾ ਕੋਈ ਪ੍ਰਮਾਤਮਾ ਨੂੰ ਪਤਾ ਹੈ ਤੇ ਆਪਾਂ ਸ਼ੁਰੂ ਕਰ ਦਈਏ ਵੀ ਭਾਈ ਇੰਨੇ ਸਾਲ ਤੇ ਪਹਿਲਾਂ ਐਵੇਂ ਹੀ ਲੰਘੇ ਹਨ ਤੇ ਉਹ ਮੈਂ ਸਾਰਾ ਜਿਹੜਾ ਨਿਤਨੇਮ ਪੂਰਾ ਕਰਨਾ ਜਿਹੜੇ ਸਾਲ ਮੈਂ ਨਿਤਨੇਮ ਤੋਂ ਬਗੈਰ ਕੱਢੇ ਹੋਏ ਨੇ। ਤੇ ਸ਼ਾਇਦ ਇਸ ਯਤਨ 'ਚ ਲੱਗਿਆ ਹੀ ਰੱਬ ਸਾਡੇ ਤੇ ਤਰਸ ਕਰੇ ਤੇ ਉਹ ਇੱਕ ਦਿਨ ਸਹੀ ਪਾ ਦੇ ਕਹਿੰਦੇ ਭਾਈ ਇਹਦਾ ਪੂਰਾ ਹੋ ਗਿਆ, ਕਿਉਂਕਿ ਇਹ ਯਤਨ ਕਰ ਰਿਹਾ ਸੀ, ਇਸ ਕੋਸ਼ਿਸ਼ 'ਚ ਲੱਗਾ ਹੋਇਆ ਸੀ। ਇਹ ਬੱਚਾ ਮਿਹਨਤ ਕਰ ਰਿਹਾ ਸੀ, ਟੀਚਰ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਬੱਚਾ ਕਿੰਨੀ ਕੁ ਮਿਹਨਤ ਕਰਦਾ ਹੈ ਤੇ ਉਹਦੀ ਮਿਹਨਤ ਉਹਦੇ ਉਦਮ ਨੂੰ ਵੇਖ ਕੇ ਉਹਦੇ ਨੰਬਰ ਕਹਿੰਦੇ ਵੀ ਇਹ ਬੱਚਾ ਮਿਹਨਤ ਕਰਦਾ ਹੈ। ਅਗਲੀ ਵਾਰੀ ਬਹੁਤ ਬੱਚਾ ਤੇ ਮਿਹਨਤੀ ਹੈ, ਟੀਚਰਾਂ ਨੂੰ ਪਤਾ ਹੁੰਦਾ ਇਹ ਗੱਲ। ਮਹਾਰਾਜ ਕਹਿੰਦੇ ਹੈ ਸਾਡਾ ਦਿਨ ਤੇ ਰਾਤ ਕਦ ਕੇ ਸਮਾਂ ਜਿਹੜਾ ਜੀਵਨ ਚੋਂ ਘਟ ਰਿਹਾ। ਦਿਨ ਚੜ੍ਹੈ ਫਿਰ ਆਥ ਪੈ, ਦਿਨ ਚੜ੍ਹਿਆ ਆਥਣ ਪੈ ਗਈ, ਰੈਣ ਸੁਬਾਈ ਜਾਏ ਰਾਤ ਵੀ ਲੰਘ ਗਈ। ਇਹ ਸਮਾਂ ਘਟਿਆ ਹੈ ਸਾਡੇ ਜੀਵਨ ਚੋਂ। ਆਪ ਘਟੇ ਨਰ ਨਾ ਬੁਝੇ। ਮਹਾਰਾਜ ਕਹਿੰਦੇ ਉਮਰ ਘਟਦੀ ਹੈ, ਰੋਜ਼ ਪੜ੍ਹ ਕੇ ਸੋਨੇ ਅਸੀਂ ਔਦ ਘਟੇ ਦਿਨਸ ਰਹਿਣਾ ਰੇ। ਦਿਨ ਤੇ ਰਾਤ ਕਰਕੇ ਦਿਨ ਕੱਲ ਦਾ ਦਿਨ ਲੰਘ ਗਿਆ ਨਾ ਸਾਡੇ ਜੀਵਨ ਚੋਂ, ਰਾਤ ਵੀ ਲੰਘ ਗਈ, ਅੱਜ ਦਾ ਵੀ ਦਿਨ ਜੇ ਲੰਘ ਗਿਆ ਅਗਲੀ ਰਾਤ ਵੀ ਇਹ ਘਟਦੇ ਜਾਂਦੇ ਹੈ। ਆਪ ਘਟੇ ਨਰ ਨਾ ਬੁਝੇ। ਕਹਿੰਦੇ ਮਨੁੱਖ ਇਹ ਗੱਲ ਨੂੰ ਸਮਝਦਾ ਨਹੀਂ। ਨਿਤ ਮੂਸਾ ਲਾਜ ਟਕਾਏ। ਮੂਸਾ ਕਹਿੰਦੇ ਨੇ ਚੂਹੇ ਨੂੰ, ਲਾਜ ਕਹਿੰਦੇ ਨੇ ਲੱਜ ਨੂੰ, ਰੱਸੀ ਨੂੰ। ਟਕਾਏ ਦਾ ਅਰਥ ਟੁਕਣਾ। ਕਹਿੰਦੇ ਸਾਡੀ ਜ਼ਿੰਦਗੀ ਦੀ ਜੋ ਸਾਨੂੰ ਰੱਬ ਨੇ ਸਮਾਂ ਦਿੱਤਾ ਹੈ, ਜਿਹੜੀ ਜ਼ਿੰਦਗੀ ਹੈ ਉਹ ਇਸ ਤਰ੍ਹਾਂ ਸਮਾਂ ਖਾ ਰਿਹਾ ਹੈ ਸਾਡੇ ਜੀਵਨ ਨੂੰ, ਜਿਵੇਂ ਚੂਹਾ ਰੱਸੀ ਨੂੰ ਟੁੱਕ ਰਿਹਾ ਹੁੰਦਾ ਹੈ। ਚੂਹਾ ਰੱਸੀ ਨੂੰ ਟੁੱਕਦਾ ਨਾ, ਸਹਿਜੇ ਉਹ ਸਾਰੀ ਰੱਸੀ ਨੂੰ ਖਾ ਜਾਂਦਾ ਹੈ, ਟੁੱਕ ਦਿੰਦਾ ਹੈ। ਤੇ ਇਸ ਤਰ੍ਹਾਂ ਹੀ ਸਮਾਂ ਸਹਿਜੇ ਸਾਡਾ ਸਾਰਾ ਉਹ ਐਵੇਂ ਹੀ ਫਿਰ ਲੱਗ ਜਾਂਦਾ। ਸਮਾਂ ਸਾਡੇ ਜੀਵਨ ਨੂੰ ਖਾ ਜਾਂਦਾ, ਜਿਹੜੇ ਸਿੱਧੇ ਅਰਥ ਇਹ ਹੈ। ਕਿੰਨਾ ਸਮਾਂ ਸਾਡੇ ਜੀਵਨ, ਮਹਾਰਾਜ ਨੇ ਕਿਹਾ ਜਿਹੜਾ ਬੰਦਗੀ 'ਚ ਨਹੀਂ ਜੁੜ ਕੇ ਲੰਘਿਆ ਉਹ ਸਮਾਂ ਕਿਸੇ ਲੇਖੇ ਨਹੀਂ ਹੈ। ਦਾਸ ਬੇਨਤੀ ਕਰਦਾ ਹੁੰਦਾ ਵੀ ਇੱਕ ਰਾਜਾ ਸੀ ਤੇ ਉਹਨੇ ਆਪਣੀ ਪ੍ਰਜਾ 'ਚ ਢੰਡੋਰਾ ਪਟਵਾਇਆ ਤੇ 6 ਮਹੀਨਿਆਂ ਬਾਅਦ ਹੀ ਕਹਿੰਦਾ ਵੀ ਕੋਈ ਝੂਠ ਨਾ ਬੋਲੇ ਤੇ ਜਿਹੜਾ ਝੂਠ ਬੋਲੇਗਾ ਉਹਨੂੰ ਸਜ਼ਾ ਵੀ ਮਿਲੇਗੀ ਤੇ ਉਹਨੂੰ ਜੁਰਮਾਨਾ ਵੀ ਉਹ ਮੌਕੇ ਤੇ ਹੋਏਗਾ ਜਿਹੋ ਜਿਹਾ ਝੂਠ ਹੋਏਗਾ। ਸਜ਼ਾ ਤੇ ਜੁਰਮਾਨਾ ਮੌਕੇ ਤੇ ਜਿਹੋ ਜਿਹਾ ਕੋਈ ਝੂਠ ਬੋਲੇਗਾ। ਤੇ ਉਹ ਰਾਜਾ ਇੱਕ ਦਿਨ ਵਜ਼ੀਰ ਨੂੰ ਕਹਿੰਦਾ 2-4 ਸਾਲਾਂ ਬਾਅਦ ਭਾਈ ਆਪਾਂ ਵੇਖੀਏ ਕੋਈ ਸਾਡੇ ਰਾਜ ਵਿੱਚ ਝੂਠ ਤੇ ਨਹੀਂ ਬੋਲਦਾ। ਇੱਕ ਚਲੋ ਸੰਖੇਪ ਵਿਧਾਨ ਨੂੰ ਬੇਨਤੀ ਕਰਨੀ ਹੈ ਵੀ ਉਹ ਜਿਹੜੀ ਮੁਸਲਮਾਨ ਨੇ ਗੱਲ ਕਹੀ ਉਹ ਸੱਚ ਹੈ। ਮੁਸਲਮਾਨ ਦੇ ਘਰੇ ਰਾਜਾ ਚਲਾ ਜਾਂਦਾ, ਉਹ ਪ੍ਰਸ਼ਾਦਾ ਛਕਣ ਲੱਗਦਾ ਤੇ ਰਾਜੇ ਨੇ ਤੇ ਵਜ਼ੀਰ ਨੇ ਭੇਸ ਬਦਲਿਆ, ਉਹਨੇ ਪਛਾਣਿਆ ਹੀ ਨਹੀਂ। ਉਹ ਪਰਜਾ ਸੀ ਉਹਨਾਂ ਦੀ ਇੱਕ ਮੁਸਲਮਾਨ ਦੇ ਘਰੇ ਤੇ ਸ਼ਾਮ ਦਾ ਹਮਾ ਹੀ ਡੇਢ ਢਲ ਗਿਆ ਤੇ ਉਹ ਮੁਸਲਮਾਨ ਵੀਰ ਨੇ ਪਛਾਣਿਆ ਹੀ ਨਹੀਂ ਜਿਹਦੇ ਘਰੇ ਰਾਜਾ ਤੇ ਵਜ਼ੀਰ ਗਏ। ਇਹਨਾਂ ਜਾ ਕੇ ਪੁੱਛਿਆ ਭਾਈ ਸਾਹਿਬ ਜੀ ਤੁਹਾਡੀ ਉਮਰ ਕਿੰਨੀ ਹੈ? ਕਹਿੰਦਾ ਜੀ 30 ਸਾਲ। ਹੁਣ ਇਹਨਾਂ ਨੂੰ ਐਂ ਲੱਗਾ ਵੀ ਝੂਠ ਬੋਲਿਆ ਕਿਉਂਕਿ ਉਮਰ ਤੇ ਉਹਦੀ 60 ਸਾਲ ਜਾਂ ਇਸ ਤੋਂ ਵੱਧ ਲੱਗਦੀ ਸੀ। ਅਗਲੀ ਗੱਲ ਪੁੱਛੀ ਵੀ ਤੁਹਾਡੇ ਬੱਚੇ ਕਿੰਨੇ ਆ? ਕਹਿੰਦਾ ਜੀ 1। ਅਗਲੀ ਗੱਲ ਪੁੱਛੀ ਵੀ ਤੁਹਾਡੇ ਕੋਲ ਪ੍ਰਾਪਰਟੀ ਕਿੰਨੀ ਹੈ, ਧਨ ਕਿੰਨਾ ਹੈ? ਕਹਿੰਦਾ ਜੀ 70,000 ਰੁਪਈਆ। ਉਹਨਾਂ ਨੂੰ ਐਂ ਲੱਗਾ ਵੀ ਇਹਨੇ ਸਾਰੇ ਝੂਠ ਬੋਲਿਆ। ਚਲੋ ਹੋ ਸਕਦਾ ਸੀ ਬੱਚਾ ਇੱਕ ਹੋਵੇ ਜਾਂ ਧਨ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਘਰ ਤੇ ਆਪਾਂ ਕਿਸੇ ਦਾ ਘਰ ਵੇਖ ਕੇ ਨਾ ਸਾਨੂੰ ਪਤਾ ਲੱਗ ਜਾਂਦਾ ਵੀ ਕਾਰੋਬਾਰ ਠੀਕ ਹੈ, ਵੀ ਵਧੀਆ ਹੈ, ਵੀ ਚਲੋ ਮਿਹਨਤ ਕਰਨ ਵਾਲਾ ਪਰਿਵਾਰ ਹੈ, ਵੀ ਘਰ ਵਧੀਆ ਪਾਇਆ ਹੋਇਆ। ਸਾਰੇ ਬੰਦਿਆਂ ਦੀ ਦੌੜ ਹੁੰਦੀ ਹੈ ਵੀ ਚਲੋ 4 ਰੁਪਈਏ ਕਮਾ ਕੇ ਘਰ ਵਧੀਆ ਬਣਾਈਏ। ਤੇ ਕਿਸੇ ਦਾ ਘਰ ਵੇਖ ਕੇ ਸਾਨੂੰ ਦੀ ਆਮਦਨ ਦਾ ਅੰਦਾਜ਼ਾ ਜਿਹਾ ਲੱਗ ਜਾਂਦਾ ਵੀ ਠੀਕ ਹੈ ਵੀ ਕੋਈ ਇਹ ਕੰਮ ਕਰ ਰਹੇ ਨੇ ਵਧੀਆ। ਕਿਸੇ ਦਾ ਬੱਚਾ ਵਿਦੇਸ਼ ਗਿਆ ਹੈ ਜਾਂ ਕੋਈ ਵੈਸੇ ਭੱਜ ਦੌੜ ਕਰਦਾ ਹੈ, ਕਿਸੇ ਦੀ ਕੋਈ ਜ਼ਮੀਨ ਖੁੱਲ੍ਹੀ ਹੈ, ਕੋਈ ਨੌਕਰੀ ਕਰਦਾ ਹੈ, ਉਹ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਉਦਮੀ ਹੈ ਪਰਿਵਾਰ ਜੀ। ਉਹ ਰਾਜਾ ਜਾ ਕੇ ਕਹਿੰਦਾ ਹੈ ਵੀ ਇਸ ਬੰਦੇ ਦਾ ਮੈਨੂੰ ਜਨਮ ਸਰਟੀਫਿਕੇਟ ਚਾਹੀਦਾ ਹੈ ਵੀ ਇਹਦੀ ਉਮਰ ਕਿੰਨੀ। ਲੈ ਆਂਦਾ ਜੀ ਉਹਦੀ ਉਮਰ ਨਿਕਲੀ 62 ਸਾਲ। ਰਾਜਾ ਉਹਨੇ ਇਸ ਗੱਲ ਤੋਂ ਬੜਾ ਖਫਾ ਹੋਇਆ ਬੈਠਾ ਹੈ ਵੀ ਬਿਨਾਂ ਮਤਲਬ ਤੋਂ ਇਹਨੇ ਝੂਠ ਬੋਲਿਆ। ਉਹਨੇ ਨੇ ਮੇਰਾ ਡਰ ਉਹਨੇ ਜੁਰਮਾਨੇ ਤੋਂ ਵੀ ਨਹੀਂ ਡਰਿਆ, ਮੰਨਿਆ ਨਹੀਂ ਹੈ। ਔਰ ਮੈਂ ਢੰਡੋਰਾ 6 ਮਹੀਨਿਆਂ ਬਾਅਦ ਹੀ ਪਟਾਉਣਾ ਹੈ।
ਫਿਰ ਕਹਿੰਦਾ ਵੀ ਇਹਦੇ ਬੱਚੇ ਕਿੰਨੇ ਪਤਾ ਕਰੋ। ਬੱਚੇ ਹੀ 5 ਉਹਨੇ ਕਿਹਾ ਸੀ 1। ਹੁਣ ਰਾਜੇ ਨੂੰ ਹੋਰ ਵੀ ਗੁੱਸਾ ਚੜਿਆ ਵੀ ਇਹ ਦੂਸਰਾ ਵੀ ਝੂਠ ਆ। ਤੀਸਰਾ ਕਹਿੰਦਾ ਵੀ ਇਹਦੀ ਪ੍ਰਾਪਰਟੀ ਦਾ ਪਤਾ ਕਰੋ ਕਿੰਨਾ, ਜਾਇਦਾਦ ਕਿੰਨੀ ਕੁ ਹੈ। ਕਹਿੰਦੇ ਜੀ ਲੱਖਾਂ ਰੁਪਈਏ ਦਾ ਮਾਲਕ। ਉਹਨੇ ਕਿਹਾ ਸੀ 70,000 ਰੁਪਈਆ। ਰਾਜਾ ਹੋਰ ਗੁੱਸੇ 'ਚ ਵੀ ਤਿੰਨ ਸਵਾਲ ਕੀਤੇ, ਤਿੰਨੇ ਝੂਠ ਬੋਲ ਗਿਆ। ਉਹ ਰਾਜੇ ਨੇ ਵਜ਼ੀਰ ਨੂੰ ਕਿਹਾ ਵੀ ਸਾਰੀ ਪ੍ਰਜਾ ਨੂੰ ਇੱਕ ਦਿਨ ਇਕੱਠਾ ਕਰੋ, ਕੋਈ ਦਿਨ ਮੁਕਰਰ ਕਰੋ, ਤੇ ਉਹਨਾਂ ਦੇ ਸਾਹਮਣੇ ਇਸ ਮੁਸਲਮਾਨ ਨੂੰ ਇੰਨੀ ਕੁ ਮੈਂ ਸਜ਼ਾ ਦਿਆਂਗਾ, ਮੇਰੇ ਰਾਜ 'ਚ ਕੋਈ ਝੂਠ ਬੋਲਣ ਦੀ ਹਿੰਮਤ ਨਹੀਂ ਕਰੇਗਾ, ਇੰਨਾ ਕੁ ਜੁਰਮਾਨਾ ਲਾਵਾਂਗਾ, ਉਹਦੀ ਸਾਰੀ ਪ੍ਰੋਪਰਟੀ ਜਿਹੜੀ ਜ਼ਬਤ ਕਰਾਂਗਾ ਝੂਠ ਬੋਲਣ ਦੇ ਇਵਜ਼ 'ਚ। ਸਾਰਾ ਦਰਬਾਰ ਸੱਜਿਆ ਜੀ, ਮੰਤਰੀ ਸੰਤਰੀ, ਰਾਜਾ ਬੈਠਾ, ਸਾਰੀ ਪ੍ਰਜਾ ਸੱਦੀ ਹੈ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ। ਮੁਸਲਮਾਨ ਵੀ ਆ ਗਿਆ, ਉਹਨੂੰ ਸੱਦਿਆ ਗਿਆ, ਆਓ ਜੀ। ਉਹਨੇ ਨਮਸਕਾਰ ਕੀਤੀ ਰਾਜੇ ਨੂੰ, ਕਹਿੰਦਾ ਜੀ ਸਲਾਮ। ਮੁਸਲਮਾਨ ਸੀ। ਕਹਿੰਦਾ ਠੀਕ ਹੈ। ਰਾਜਾ ਕਹਿੰਦਾ ਠੀਕ ਹੈ। ਰਾਜਾ ਬੋਲਿਆ, ਕਹਿੰਦਾ ਉਹ ਭਾਈ ਸਾਹਿਬ ਤੁਹਾਨੂੰ ਪਤਾ ਹੈ ਅਸੀਂ ਤੁਹਾਡੇ ਘਰੇ ਗਏ ਹਾਂ? ਕਹਿੰਦਾ ਜੀ ਨਹੀਂ। ਉਹ ਮੁਸਲਮਾਨ ਅੱਗੋਂ ਬੋਲਿਆ, ਕਹਿੰਦਾ ਜੀ ਤੁਸੀਂ ਮੇਰੇ ਘਰੇ ਤੇ ਗਏ ਹੀ ਨਹੀਂ। ਕਹਿੰਦਾ ਉਹ ਇੱਕ ਦਿਨ ਸ਼ਾਮ ਨੂੰ ਤੇਰੇ ਘਰੋਂ ਤੂੰ ਪ੍ਰਸ਼ਾਦਾ ਛਕਣ ਲੱਗਾ, ਅਸੀਂ ਕੋਈ ਤੇਰੇ ਤੋਂ ਪੁੱਛਿਆ ਹੀ, ਅੱਛਾ ਉਹਨੇ ਯਾਦ ਆਇਆ, ਕਹਿੰਦਾ ਜੀ ਉਹ ਤੁਸੀਂ ਹੀ ਮੈਨੂੰ ਮਾਫ ਕਰ ਦਿਓ, ਤੁਸੀਂ ਸਾਡੇ ਘਰੇ ਆਏ, ਮੈਂ ਤੁਹਾਡਾ ਸਤਿਕਾਰ ਨਹੀਂ ਕਰ ਸਕਿਆ, ਤੁਸੀਂ ਸਾਡੇ ਰਾਜੇ ਹੋ ਔਰ ਬੜੇ ਚੰਗੇ ਹੋ ਔਰ ਬੜੇ ਧਰਮੀ ਹੋ, ਮੈਂ ਤੁਹਾਡੇ ਜਲ ਪਾਣੀ ਨਾਲ ਤੁਹਾਡੀ ਸੇਵਾ ਕਰਦਾ, ਜੇ ਮੈਨੂੰ ਪਤਾ ਹੁੰਦਾ ਤੁਸੀਂ ਸਾਡੇ ਘਰੇ ਆਏ ਹੋ। ਰਾਜਾ ਹੁਣ ਗੁੱਸੇ 'ਚ ਬੈਠਾ, ਕਹਿੰਦਾ ਸੇਵਾ ਸੁਭਾ ਛੱਡ, ਵੀ ਤੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਮੈਂ ਢੰਡੋਰਾ ਪਟਾਉਣਾ 6 ਮਹੀਨਿਆਂ ਬਾਅਦ, ਵੀ ਜਿਹੜਾ ਝੂਠ ਬੋਲੇਗਾ ਉਹਨੂੰ ਬਹੁਤ ਵੱਡੀ ਸਜ਼ਾ ਔਰ ਬਹੁਤ ਵੱਡਾ ਜੁਰਮਾਨਾ ਹੋਏਗਾ। ਕਹਿੰਦਾ ਜੀ ਪਤਾ ਇਸ ਗੱਲ ਦਾ, ਤੇ ਇਹ ਕਰਕੇ ਤੇ ਅਸੀਂ ਝੂਠ ਨਹੀਂ ਬੋਲਦੇ ਹਾਂ। ਰਾਜੂ ਨੂੰ ਹੋਰ ਗੁੱਸਾ ਆਇਆ, ਕਹਿੰਦਾ ਅੱਛਾ ਵੀ ਤੂੰ ਝੂਠ ਦੇ, ਫਿਰ ਦੱਸ ਤੇਰੀ ਉਮਰ ਕਿੰਨੀ ਹੈ? ਸਾਰੀ ਪ੍ਰਜਾ ਖੜੀ ਹੈ, ਬਹੁਤ ਲੋਕ ਇਕੱਠ ਹੈ, ਦੱਸ ਤੇਰੀ ਉਮਰ ਕਿੰਨੀ ਹੈ? ਕਹਿੰਦਾ ਜੀ 30 ਸਾਲ। ਸਾਰੇ ਲੋਕ ਵੀ ਹੈਰਾਨ ਹੋ ਗਏ ਔਰ ਉਹਨਾਂ ਨੂੰ ਵੀ ਲੱਗਾ, ਸਭ ਨੂੰ ਲੱਗਾ ਵੀ ਇਹਨੇ ਝੂਠ ਬੋਲਿਆ। ਉਹ ਮੰਤਰੀ ਨੂੰ ਕਹਿੰਦਾ ਵੀ ਇਹਦਾ ਸਰਟੀਫਿਕੇਟ ਵਿਖਾ, ਇਹਦਾ ਜਨਮ ਦਿਨ। ਉਹਨੇ ਸਾਹਮਣੇ ਕੀਤਾ, ਕਹਿੰਦਾ ਤੇਰਾ ਨਾਂ? ਕਹਿੰਦਾ ਜੀ ਮੇਰਾ ਹੀ ਹੈ, ਮੇਰੇ ਬਾਪ ਦਾ ਨਾਮ, ਮੇਰੇ ਦਾਦਾ ਜੀ ਦਾ ਨਾਮ। ਕਹਿੰਦੇ ਫਿਰ ਉਮਰ ਵੇਖ ਕਿੰਨੀ ਲਿਖੀ? ਕਹਿੰਦਾ ਜੀ ਇਹਦੇ 62 ਸਾਲ ਲਿਖੀ ਹੈ। ਕਹਿੰਦਾ ਫਿਰ ਤੂੰ ਝੂਠ ਕਿਉਂ ਬੋਲ ਰਿਹਾ? ਤੇਰਾ ਸਰੀਰ, ਤੇਰੇ ਮੱਥੇ ਦੀਆਂ ਝੁਰੜੀਆਂ ਦੱਸ ਰਹੀਆਂ, ਤੇਰਾ ਦਾੜਾ ਦੱਸ ਰਿਹਾ ਤੂੰ 60 ਸਾਲ ਦਾ 62 ਸਾਲ ਦਾ ਹੀ ਹੈ, ਤੇ ਤੂੰ ਹੁਣ ਵੀ ਕਹਿ ਰਿਹਾ, ਉਸ ਸਮੇਂ ਵੀ ਕਹਿ ਰਿਹਾ ਹੈ 30 ਸਾਲ ਦਾ। ਉਹ ਮੁਸਲਮਾਨ ਧਰਮੀ ਵੀਰ ਨੇ ਅੱਗੋਂ ਬੋਲ ਕੇ ਕਹਿਣ ਲੱਗਾ, ਰਾਜਨ ਜਿਹੜੇ ਪਹਿਲੇ 32 ਕੁ ਸਾਲ ਰੱਬ ਨਾਲੋਂ ਟੁੱਟਿਆ ਹੀ ਲੰਘ ਗਏ ਹਨ, ਉਹਨੂੰ ਆਪਣੀ ਉਮਰ ਨਹੀਂ ਗਿਣਦਾ। ਜਿਹੜੇ ਰੱਬ ਨਾਲੋਂ ਵਿਛੜ ਕੇ ਲੰਘੇ ਨੇ 30 ਕੁ ਸਾਲ ਜੁੜਿਆਂ ਨੂੰ ਹੋ ਗਏ, ਮੈਂ ਓਨੀ ਕੀ ਉਮਰ ਸਮਝਦਾ ਵੀ ਅਸਲ ਤੇ ਉਮਰ 30 ਸਾਲ ਹੀ ਹੈ ਜਿੰਨੀ ਬੰਦਗੀ ਦੇ ਵਿੱਚ ਲੰਘੀ ਹੈ। ਹੁਣ ਰਾਜਾ ਵੀ ਸੱਚਾ ਸੀ ਤੇ ਧਰਮੀ ਹੀ, ਉਹ ਹੈਰਾਨ ਹੋ ਗਿਆ। ਉਹ ਰਾਜੇ ਨੂੰ ਸਹਿਮਤ ਹੋਣਾ ਪਿਆ ਇਸ ਗੱਲ ਨਾਲ, ਕਹਿੰਦਾ ਵੀ ਇਹ ਗੱਲ ਤੂੰ ਠੀਕ ਕਹਿੰਦਾ ਹੈ। ਉਮਰ ਉਹ ਕੁਰਬਾਨ ਹੈ ਜਿਹੜੀ ਰੱਬ ਦੀ ਯਾਦ 'ਚ ਲੰਘਦੀ ਹੈ, ਨਹੀਂ ਤੇ ਉਮਰ ਉਸ ਮਹਾਰਾਜ ਨੂੰ ਕਹਿਣਾ ਪਿਆ ਵਾਰ-ਵਾਰ, ਸੇ ਕਾਹੇ ਜਾ ਗਾਏ ਰਾਮ ਰਾਜੇ, ਕਿਉਂ ਆਏ ਰੋਜ਼ ਆਸਾ ਦੀ ਵਾਰ। ਮਹਾਰਾਜ ਇਹ ਗੱਲ ਰੋਜ਼ ਹੀ ਸਾਨੂੰ ਕਹਿੰਦੇ ਆ। ਚਲੋ ਮੈਂ ਭਗਤੀ ਰੋਜ਼ ਪੜ੍ਹਾਂ ਤੇ ਕਿਸੇ ਨੂੰ ਮਹਿਸੂਸ ਹੋ ਸਕਦਾ ਬਾਬਾ ਜੀ ਰੋਜ਼ ਭਗਤੀ ਪੜ੍ਹ ਦਿੰਦੇ ਆ, ਪਰ ਗੁਰੂ ਰਾਮਦਾਸ ਉਹ ਮਹਾਰਾਜ ਦੇ ਛਕੇ ਨੇ, ਗੁਰੂ ਸਾਹਿਬ ਜੀ ਦੇ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਨੇ, ਤੇ ਮਹਾਰਾਜ ਤੇ ਰੋਜ਼ ਹੀ ਇਹ ਗੱਲ, ਨਾਲੇ ਅੰਮ੍ਰਿਤ ਵੇਲੇ ਗੱਲ ਕਹਿੰਦੇ ਆ ਆਸਾ ਕੀ ਵਾਰ 'ਚ, ਸੇ ਕਾਹੇ ਦਾ ਗਾਏ ਰਾਮ ਰਾਜੇ, ਕਿਉਂ ਆਏ ਜਿਨ੍ਹਾਂ ਨੇ ਜਪਿਆ ਨਹੀਂ। ਚਲੋ ਰਾਜਾ ਕਹਿੰਦਾ ਵੀ ਇਹ ਗੱਲ ਤੇਰੀ ਨਾਲ ਮੈਂ ਸਹਿਮਤ ਹਾਂ ਵੀ ਜਿਹੜੀ ਜੁੜਿਆ ਲੰਘਦੀ ਉਮਰ ਉਹ ਹੀ ਪ੍ਰਵਾਨ ਹੈ। ਕਹਿੰਦਾ ਵੀ ਦੂਸਰਾ ਝੂਠ? ਕਹਿੰਦਾ ਜੀ ਮੈਂ ਝੂਠ ਬੋਲਦਾ ਨਹੀਂ ਅਸਲ ਦੇ ਵਿੱਚ। ਚਲੋ ਤੁਸੀਂ ਕੀ ਪੁੱਛਿਆ? ਕਹਿੰਦਾ ਇਹਨੂੰ ਪੁੱਛਿਆ ਤੇਰੇ ਬੱਚੇ ਕਿੰਨੇ? ਤੂੰ ਕਿਹਾ ਸੀ ਇੱਕ, ਤੇਰੇ ਦੇ ਪੁੱਤਰ 5 ਨੇ, ਸਾਰਿਆਂ ਦਾ ਸਰਟੀਫਿਕੇਟ ਲਈ ਫਿਰਦੇ ਆ। ਤੇ ਉਹ ਅੱਗੋਂ ਮੁਸਲਮਾਨ ਵੀਰ ਫਿਰ ਕਹਿੰਦਾ ਦੂਸਰੀ ਵਾਰ, ਕਹਿੰਦਾ ਜਿੰਨਾ ਚਾਰਾਂ ਨੇ ਘਰੋਂ ਕੱਢਿਆ ਉਹਨਾਂ ਨੂੰ ਮੈਂ ਆਪਣੇ ਪੁੱਤ ਵੀ ਨਹੀਂ ਜੇ ਮੰਨਦਾ। ਮੇਰਾ ਉਹੀ ਪੁੱਤ ਜਿਹਦੇ ਘਰੇ ਤੁਸੀਂ ਮੈਨੂੰ ਮਿਲਣ ਆਏ ਸੀ, ਉਹ ਮੇਰੀ ਸੇਵਾ ਕਰਦਾ। ਜਿਹੜਾ ਪੁੱਤ ਹੋ ਕੇ ਬਾਪ ਦੇ ਕਹਿਣੇ 'ਚ ਨਹੀਂ, ਉਹ ਪੁੱਤ ਵੀ ਕਰਦਾ, ਉਹਨੂੰ ਮੈਂ ਪੁੱਤ ਬਣੀ। ਰਾਜਾ ਇਸ ਗੱਲ ਨਾਲ ਵੀ ਸਹਿਮਤ ਹੋ ਗਿਆ, ਕਹਿੰਦਾ ਵੀ ਜਿਹੜਾ ਪੁੱਤ ਸੇਵਾ ਹੀ ਨਹੀਂ ਕਰਦਾ, ਆਖੇ ਨਹੀਂ ਲੱਗਦਾ, ਉਸ ਪੁੱਤ ਦਾ ਫਿਰ ਕਰਨਾ ਵੀ ਕੀ ਹੈ। ਫਿਰ ਤੀਸਰੀ ਗੱਲ ਕਹਿੰਦਾ ਜੀ ਤੂੰ ਤੇ ਕਹਿੰਦਾ ਹਾਂ ਪ੍ਰਾਪਰਟੀ ਮੇਰੀ 70,000 ਦੀ, ਤੂੰ ਤੇ ਲੱਖਾਂ ਰੁਪਈਆਂ ਦਾ ਮਾਲਕ ਹੈ, ਤੇਰੀ ਬਹੁਤ ਜਾਇਦਾਦ। ਕਹਿੰਦਾ ਜੀ 70,000 ਰੁਪਈਆ ਹੀ ਮੈਂ ਉਹ ਮਸੀਤ ਬੰਨੀ ਸੀ ਤੇ ਉਹਦੇ 'ਚ ਸੇਵਾ ਕਰ ਸਕਿਆ ਹੈ, ਤੇ ਮੈਂ ਉਹਨੂੰ ਹੀ ਆਪਣੀ ਪ੍ਰਾਪਰਟੀ ਸਮਝਦਾ। ਜਿਹੜੇ ਧਰਮ ਵਰਤ 70,000 ਲੱਗ ਗਏ ਨੇ, ਬਾਕੀ ਤੇ ਸਾਰੇ ਦੂਸਰਿਆਂ ਨੇ ਸਾਂਭ ਲੈਣੇ, ਉਹ ਮੇਰੀ ਪ੍ਰਾਪਰਟੀ ਬਣੀ, ਉਹ ਮੇਰੀ ਜਾਇਦਾਦ ਬਣੀ, ਉਹ ਮੈਂ ਕਿਹੜਾ ਨਾਲ ਲੈ ਕੇ ਜਾਣੀ ਹੈ। ਰਾਜਾ ਇਸ ਗੱਲ ਨਾਲ ਵੀ ਸਹਿਮਤ ਹੋ ਗਿਆ। ਉਹਨੂੰ ਹੁਣ ਉਹਨੇ ਜੁਰਮਾਨਾ ਜਾਂ ਸਜ਼ਾ ਦੇ ਕੀ ਕਰਨੇ ਇਹ ਨਾਮ ਦੇ ਕੇ ਤੋਰਿਆ। ਕਹਿੰਦਾ ਇਹੋ ਜਿਹੀ ਜੋ ਸੋਚ ਸਭ ਦੇ ਅੰਦਰ ਹੋਣੀ ਚਾਹੀਦੀ ਹੈ। ਆਪ ਘਟੈ ਨਰ ਨਾ ਬੁੱਝੈ,
ਨਿਤ ਮੂਸਾ ਲਾਜ ਟਿਕਾਏ। ਉਹ ਸਮੇਂ ਰੂਪੀ ਚੂਹਾ ਜੀਵਨ ਰੂਪੀ ਲਾਜ ਨੂੰ ਕੱਟ ਰਿਹਾ ਹੈ ਤੇ ਇੱਕ ਦਿਨ ਉਹਨੇ ਟੁੱਕ ਕੇ ਸੁੱਟ ਦੇਣੀ ਜੀ। ਇਹ ਡੋਰ ਜਿਹੜੀ ਨਾ ਲੜੀ ਜਿਹੜੀ ਲੱਜ ਟੁੱਟ ਜਾਣੀ ਹੈ, ਸਵਾਸਾਂ ਦੀ ਲੜੀ ਟੁੱਟ ਜਾਣੀ ਹੈ। ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੈ ਪਚਾਏ। ਸਤਿਗੁਰੂ ਕਹਿੰਦੇ ਗੁੜ ਮਿੱਠਾ ਮਾਇਆ ਪਸਰਿਆ। ਜਿਵੇਂ ਗੁੜ ਮਿੱਠਾ ਹੁੰਦਾ ਹੈ ਨਾ, ਵੈਸੇ ਮੇਰੇ ਕੋਲ ਸਾਰੇ ਗੁੜ ਖਾਣਾ ਪਸੰਦ ਕਰਦੇ ਆ। ਵੈਸੇ ਤੇ ਚਲੋ ਹੁਣ ਤੇ ਗੁੜ 'ਚ ਵੀ ਬੜੇ ਕੈਮੀਕਲ ਪਾਉਂਦੇ ਨੇ। ਘਰ ਦਾ ਗੁੜ ਜਿਹੜਾ ਹੁਣ ਤੇ ਡਾਕਟਰ ਵੀ ਕਹਿੰਦੇ ਵੀ ਪ੍ਰਸ਼ਾਦੇ ਤੋਂ ਬਾਅਦ ਗੁੜ ਖਾਓ ਤੇ ਹਾਜ਼ਮਾ ਠੀਕ ਰਹਿੰਦਾ ਹੈ। ਤਾਂ ਸਾਡੇ ਪੁਰਾਣੇ ਬਜ਼ੁਰਗ ਹੁਣ ਚੀਨੀ ਜਿਹੜੀ ਜ਼ਹਿਰ ਹੈ, ਮੈਂ ਪੰਸਾਰੀ ਤੋਂ ਇੱਕ ਵਾਰੀ ਪੰਸਾਰੀ ਕੋਲ ਬੈਠਾ ਹੀ ਹੁੰਦਾ, ਕੋਸ਼ਿਸ਼ ਕਰੀ ਦੀ ਵੀ ਸੌਦਾ ਹੀ ਪੰਸਾਰੀ ਤੋਂ ਲਈਏ ਤੇ ਉਹਨਾਂ ਨੇ ਕਿਹਾ ਸੀ ਇੱਕ ਤੇ ਨਮਕ ਜਿਹੜਾ ਚਿੱਟਾ ਬਾਬਾ ਜੀ ਵਰਤਣਾ ਬੰਦ ਕਰੋ ਬਿਲਕੁਲ। ਉਹਨੇ ਫਿਰ ਦੂਸਰਾ ਸਿੱਧਾ ਨਮਕ ਕਹਿੰਦਾ ਵੀ ਇਹਨੂੰ ਵਰਤਣਾ ਤੇ ਇੱਕ ਚੀਨੀ ਬਿਲਕੁਲ ਨਹੀਂ ਵਰਤਣੀ ਹੈ। ਤੁਸੀਂ ਗੁੜ ਦਿਓ ਜੇ ਘਰ ਦਾ ਤੇ ਉਹ ਸਭ ਨਾਲੋਂ ਵਧੀਆ ਹੈ। ਚਲੋ ਮੈਂ ਉਹਨੂੰ ਵੀ ਕਹਿੰਦਾ ਵੀ ਉਹਨੇ ਇਸ ਗੱਲ ਦਾ ਲਾਲਚ ਨਹੀਂ ਕੀਤਾ ਵੀ ਮੇਰੇ ਕੋਲ ਚੀਨੀ ਦਾ ਗੱਟਾ ਲੈ ਕੇ ਜਾਣਗੇ ਜਾਂ ਕੁਝ ਵੀ। ਕਹਿੰਦਾ ਜੀ ਇੱਕ ਤੇ ਜਿਹੜਾ ਚਿੱਟਾ ਲੂਣ ਜਿਹੜਾ ਨਮਕ ਵਰਤਣਾ ਬੰਦ ਕਰੋ ਜੀ। ਇੱਕ ਕਹਿੰਦਾ ਚੀਨੀ ਜ਼ਹਿਰ ਹੈ, ਕਹਿੰਦਾ ਉਹਦੀ ਥਾਂ ਤੇ ਗੁੜ ਵਰਤੋ। ਚਾਹ 'ਚ ਪਾਉਣਾ ਹੈ ਜਾਂ ਗੁੜ ਮਿਲ ਜਾਂਦਾ ਜਿਹੜਾ ਚਾਹ ਫਟਦੀ ਨਹੀਂ ਹੈ, ਉਹ ਬੜਾ ਵਧੀਆ। ਮਹਾਰਾਜ ਕਹਿੰਦੇ ਜਿਵੇਂ ਗੁੜ ਮਿੱਠਾ ਸਾਰਿਆਂ ਨੂੰ ਬੜਾ ਪਸੰਦ ਹੈ। ਮਾਇਆ ਪਸਜਿਆ, ਕਹਿੰਦੇ ਇਸ ਤਰ੍ਹਾਂ ਮਾਇਆ ਵੀ ਸਾਰਿਆਂ ਨੂੰ ਮਿੱਠੀ ਲੱਗਦੀ ਹੈ ਤੇ ਮਨੁੱਖ ਮਾਇਆ 'ਚ ਫਸ ਜਾਂਦਾ ਹੈ। ਮਨ ਮੁਖ ਲੱਗ ਮਾਖੀ ਪਚੈ ਪਚਾਏ, ਕਹਿੰਦੇ ਮਿੱਠੇ ਗੁੜ ਤੇ ਜਿਵੇਂ ਮਾਖੀ ਪਚੈ ਪਚਾਏ। ਪੈਰ ਉਹਦੇ ਸਿੱਲੇ ਗੁੜ 'ਚ ਜੰਮ ਜਾਂਦੇ ਹੈ। ਗੁੜ ਦਾ ਸਵਾਦ ਲੈ ਕੇ ਉੱਠਣ ਲੱਗਦੀ ਹੈ, ਨਾਲ ਹੀ ਚਿਪਕ ਜਾਂਦੀ, ਫਿਰ ਉੱਥੇ ਹੀ ਮਰ ਜਾਂਦੀ ਹੈ। ਜਿਵੇਂ ਮੱਖੀ ਨੂੰ ਗੁੜ ਮਿੱਠਾ ਲੱਗਦਾ ਸੀ ਤੇ ਨਾਲ ਹੀ ਚਿਪਕ ਗਈ, ਮਨੁੱਖ ਨੂੰ ਇਸ ਤਰ੍ਹਾਂ ਮਾਇਆ ਮਿੱਠੀ ਲੱਗਦੀ ਹੈ ਤੇ ਮਾਇਆ 'ਚ ਚਿਪਕ ਕੇ ਆਪਣੀ ਉਹ ਜਾਨ ਦੇ ਦਿੰਦੇ। ਬਹੁਤੇ ਬੰਦੇ ਇਸ ਤਰ੍ਹਾਂ ਹੀ ਜਾਂਦੇ ਆ, ਮਾਇਆ ਪਿੱਛੇ ਭੱਜਦੇ ਭੱਜਦੇ ਰਸਤੇ 'ਚ ਜਾਨ ਦੇ ਦਿੰਦੇ ਆ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਸਾਡਾ ਜੀਵਨ ਜਿਹੜਾ ਲੰਘ ਜਾਂਦਾ ਹੈ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਰਾਵੋ, ਭਾਈ ਭਰਾ ਨੂੰ ਕਹਿੰਦੇ ਰੇ ਓਏ ਭਰਾਵੋ, ਮੈਂ ਮੀਤ ਸਖਾ ਪ੍ਰਭ ਸੋਏ। ਮੇਰਾ ਮਿੱਤਰ ਤੇ ਮੇਰਾ ਸਖਾ ਜਿਹੜਾ ਨੂੰ ਪ੍ਰਭੂ ਹੀ ਹੈ। ਇਹ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ। ਜੇ ਗੁਰੂ ਸਾਹਿਬ ਜੀ ਦੇ ਜੀਵਨ ਦੀ ਗੱਲ ਕਰੀਏ, ਇਹਨਾਂ ਦੇ 2 ਸਾਲ ਦੇ ਸਨ ਮਾਂ ਛੱਡ ਗਈ, 7 ਸਾਲ ਦੇ ਹੋਏ ਬਾਪ ਛੱਡ ਗਿਆ ਤੇ ਸ਼ਰੀਕਾਂ ਨੇ ਚੁੱਲ੍ਹੇ ਤੋਂ ਬੈਠਿਆਂ ਪ੍ਰਸ਼ਾਦੇ ਵਾਲਾ ਥਾਲਾ ਖਿੱਚ ਲੈਂਦੇ ਹਨ, ਚਾਚੀਆਂ ਤਾਈਆਂ ਜਿਹੜੀਆਂ ਨੇ। ਤੇ ਕਈ ਵਾਰੀ ਗੁਰੂ ਰਾਮਦਾਸ ਜੀ ਨੇ ਉਹਨਾਂ ਦੇ ਬਗਾਨੇ ਚੁੱਲ੍ਹੇ ਤੇ ਪ੍ਰਸ਼ਾਦਾ ਖਾਣਾ ਬੜਾ ਔਖਾ ਜੋ ਗੁਰਮੁਖੋ। ਉਹ ਬੱਚਾ ਜਾਣਦਾ ਜਿਹਦੀ ਨਿੱਕੀ ਜੀ ਦੀ ਮਾਂ ਤੁਰ ਜਾਂਦੀ ਹੈ, ਮੰਗ ਕੇ ਪਿੱਛੇ ਭੱਜ ਕੇ ਉਹਨੂੰ ਰੋਟੀ ਖੋਹ ਕੇ ਖਾਣੀ ਪੈਂਦੀ ਹੈ। ਉਹ ਜਿਹਦੇ ਕੋਲ ਮਾਂ ਨਹੀਂ ਰਹਿੰਦੀ, ਉਹ ਰਾਤ ਨੂੰ ਠਾ ਕੇ ਨਹੀਂ ਦੁੱਧ ਪਿਆਉਂਦੇ ਮੁੜ ਕੇ। ਉਹ ਬੱਚਾ ਉਹ ਜਾਣਦਾ ਜਿਹਦੀ ਕਿਤੇ ਬਚਪਨ 'ਚ ਮਾਂ ਚਲੀ ਜਾਂਦੀ, ਉਹਨੂੰ ਪੁੱਛ ਕੇ ਵੇਖੋ ਮਾਂ ਕੀ ਹੁੰਦੀ ਹੈ। ਉਹ ਫਿਰ ਪਤਾ। ਹੁਣ ਬੈਠਾ ਪ੍ਰਸ਼ਾਦਾ ਛਕਣ ਲੱਗੇ ਭਾਈ ਜੇਠਾ ਜੀ ਦੇ, ਉਹ ਚਾਚੀਆਂ ਤਾਈਆਂ ਕਹਿੰਦੀਆਂ ਜੇਠਿਆ ਕੰਮ ਕਰਕੇ ਆਏਗਾ ਅੱਜ ਤੈਨੂੰ ਰੋਟੀ ਮਿਲਣੀ, ਨਹੀਂ ਤੇ ਅੱਜ ਤੈਨੂੰ ਰੋਟੀ ਕੋਈ ਨਹੀਂ ਮਿਲਣੀ। ਤੇ ਉਹ ਜਦੋਂ ਇਹ ਸਾਰੀ ਹਾਲਾਤ ਦਾ ਪਤਾ ਨਾਨਾ ਨਾਨੀ ਜੀ ਨੂੰ ਲੱਗਾ ਗੁਰੂ ਰਾਮਦਾਸ ਜੀ ਦੇ, ਉਹ ਲੈ ਕੇ ਤੂੰ ਆ ਜਾ ਸਾਡੇ ਕੋਲ ਆ ਜਾ। ਤੇ ਉਧਰ ਵੀ ਗਰੀਬੀ, ਉਹਨਾਂ ਨੇ ਵੀ ਘੁੰਗਣੀਆਂ ਦਾ ਬਾਟਾ ਹੱਥ 'ਚ ਪਕੜਾ ਦਿੱਤਾ। ਤੇ ਫਿਰ ਗੁਰੂ ਰਾਮਦਾਸ ਜੀ ਨੇ ਮਿੱਤਰ ਪਤਾ ਸਖਾ ਕਿਹਨੂੰ ਬਣਾਇਆ, ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਤੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਪਤਾ ਕੀ ਕੀਤਾ, ਫਿਰ ਸਤਿਗੁਰਾਂ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਜੇ ਗੁਰੂ ਅਮਰਦਾਸ ਮਹਾਰਾਜ ਨੂੰ ਆਪਣਾ ਮਿੱਤਰ ਤੇ ਸਖੇ ਦਾ ਹੁੰਦਾ, ਜਿਹਦੇ ਨਾਲ ਬਲੱਡ ਰਿਲੇਸ਼ਨ ਹੁੰਦਾ ਸਾਡਾ, ਆਪਾਂ ਕਹਿੰਦੇ ਨੇ ਮੇਰਾ ਸਗਾ ਭਰਾ, ਇਹ ਮੇਰਾ ਚਚੇਰਾ ਭਰਾ। ਚਚੇਰੇ ਦਾ ਅਰਥ ਚਾਚੇ ਦਾ ਪੁੱਤਰ ਹੈ, ਸਗਾ ਭਰਾ ਭਾਵ ਕੇ ਅਸੀਂ ਇੱਕ ਕੁੱਖ ਤੋਂ ਜਨਮ ਲਿਆ ਤੋਂ ਬਾਅਦ ਆੜਿਆ ਦਾ, ਉਹਨੂੰ ਸਗਾ ਕਹਿ ਦਿੰਦੇ ਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੋਏ ਮੇਰਾ ਤੇ ਅਸਲੀ ਮਿੱਤਰ ਗੁਰੂ ਅਮਰਦਾਸ ਹੈ, ਰੱਬ ਹੈ, ਮੇਰਾ ਸਖਾ ਹੋਈ ਹੈ। ਸੱਚ ਜਾਣਿਓ ਗੁਰਮੁਖੋ, ਅੱਜ ਸਖਿਆਂ ਵਾਲਾ ਰਿਸ਼ਤਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨਿਭਾਉਣਗੇ, ਨਹੀਂ ਤੇ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ। ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੂ। ਮਹਾਰਾਜ ਕਹਿੰਦੇ ਉਹ ਸਗੇ ਵੀ ਛੱਡ ਜਾਂਦੇ ਨੇ ਅੱਜ ਦਾ। ਆ ਤੁਸੀਂ ਕਿਤੇ ਗੱਡੀਆਂ ਤੇ ਲਿਖਿਆ ਚ ਬਹੁਤਾ ਪੜੋ, ਕਹਿੰਦੇ ਆਪਣਿਆਂ ਤੋਂ ਬਚੋ। ਕਹਿੰਦੇ ਦੂਸਰਿਆਂ ਤੋਂ ਬੰਦਾ ਬਚ ਜਾਂਦਾ, ਪਤਾ ਹੈ ਮੇਰਾ ਦੁਸ਼ਮਣ ਹੈ। ਆਪਣਿਆਂ ਤੋਂ ਬਚਣਾ ਬੜਾ ਔਖਾ ਹੈ। ਅੱਜ ਬਲੱਡ ਸਫੈਦ ਹੋ ਗਏ ਹੈ। ਮਹਾਰਾਜ ਕਹਿੰਦੇ ਗੁਰੂ ਨੂੰ ਆਪਣਾ ਮਿੱਤਰ ਬਣਾਓ ਤੇ ਗੁਰੂ ਨੂੰ ਹੀ ਆਪਣਾ ਸਖਾ ਬਣਾਓ। ਦੂਸਰੇ ਧੋਖਾ ਦਿੰਦੇ ਹੈ। ਅੱਜ ਕੱਲ੍ਹ ਦੇ ਬਹੁਤੇ ਬੱਚੇ ਮਾਂ ਪਿਓ ਨਾਲ ਵੀ ਨਾਰਾਜ਼ ਹੈ, ਕਹਿੰਦੇ ਸਾਡਾ ਮਾਂ ਪਿਓ ਸਾਡੇ ਵਾਸਤੇ ਨਹੀਂ ਗਾ ਠੀਕ ਆ।
ਅੱਜ ਇਹੋ ਜਿਹੀ ਹਾਲਤ ਹੋਈ ਪਈ, ਹੋ ਸਕਦਾ ਕਿਤੇ ਨਾ ਕਿਤੇ ਮਾਂ ਪਿਓ ਨੇ ਵੀ ਬੱਚਿਆਂ ਨਾਲ ਵਿਤਕਰਾ ਕੀਤਾ ਹੋਵੇ। ਅੱਜ ਬਹੁਤੇ ਕਿਤੇ ਭੁੱਲ ਗਏ ਨਾ ਮਾਂ ਪਿਓ ਦੇ ਵਿਸ਼ੇ ਤੇ, ਤੇ ਬਹੁਤੇ ਲੋਕ ਅੱਗੋਂ ਸਵਾਲ ਕਰਦੇ, ਬਾਬਾ ਜੀ ਮਾਂ ਪਿਓ ਵੀ ਉਹ ਨਹੀਂ ਰਹੇ ਪਹਿਲਾਂ ਵਾਲੇ। ਸੱਚ ਜਾਣੋ ਕਿਤੇ ਨਾ ਕਿਤੇ ਇਹ ਹੈਗੀ ਹੈ ਕਮੀ ਕਿਤੇ। ਇਹਦਾ ਮਤਲਬ ਹੈ ਵੀ ਮਾਂ ਪਿਓ ਤੋਂ ਵੱਧ ਸਗਾ ਬੱਚੇ ਵਾਸਤੇ ਕੀ ਹੋ ਸਕਦਾ ਹੈ। ਤੇ ਜੇ ਮਾਂ ਪਿਓ ਵੀ ਬੱਚੇ ਨਾਲ ਵਿਤਕਰਾ ਕਰਨਾ, ਇਹਨੂੰ 4 ਕਨਾਲ ਆਜ਼ਾਦੀ ਦੇ ਦਿਓ ਤੇ ਇਹਨੂੰ ਘੱਟ ਦੇ ਦਿਓ, ਚਲੋ ਇਹ ਵੀ ਕਿਤੇ ਨਾ ਕਿਤੇ ਡਿਪੈਂਡ ਹੁੰਦਾ ਵੀ ਉਹ ਬੱਚਾ ਜ਼ਿਆਦਾ ਪੁੱਛਦਾ, ਮਾਂ ਪਿਓ ਉਸ ਪਾਸੇ ਨੂੰ ਦੇਣਾ ਚਾਹੁੰਦੇ ਹੈ। ਪਰ ਕਈ ਮਾਂ ਪਿਓ ਨਾਲ ਵੀ ਨਾਰਾਜ਼ ਨੇ ਅੱਜ। ਇਹਦਾ ਮਤਲਬ ਵੀ ਸਖੇ ਵੀ ਸਾਡੇ ਨਾਲ ਨਿਆਂ ਨਹੀਂ ਕਰਦੇ ਹੈ। ਤੇ ਇਸ ਘਰ ਦੇ ਵਿੱਚ ਸਦਾ ਨਿਆਂ ਹੀ ਹੈ। ਤੇਰੇ ਘਰ ਸਦਾ ਸਦਾ ਹੈ ਨਿਆਂ। ਮਾਂ ਪਿਓ ਹੋ ਸਕਦਾ ਬੱਚੇ ਨੂੰ ਧੋਖਾ ਦੇ ਦੇਣ, ਬੱਚੇ ਮਾਂ ਪਿਓ ਨੂੰ ਤਾਂ ਧੋਖਾ ਦਿੰਦੇ ਹੀ ਦਿੰਦੇ ਬਹੁਤੇ, ਤੇ ਗੁਰੂ ਸਾਨੂੰ ਕਦੇ ਧੋਖਾ ਨਹੀਂ ਦੇਗਾ। ਇਹ ਗੱਲ ਹਮੇਸ਼ਾ ਯਾਦ ਰੱਖ। ਤਾਂ ਹੀ ਤੇ ਕਿਹਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਜਿਹੜੇ ਸੰਸਾਰ ਵੱਲੋਂ ਦੁਖੀ ਹੋ ਗਏ ਨਾ, ਉਹਨਾਂ ਨੇ ਆਣ ਕੇ ਕਿਹਾ ਸਤਿਗੁਰੂ ਬਾਪ ਤੇ ਤੂੰ ਹੀ ਹੈ, ਤੂੰ ਹੀ ਮੇਰੀ ਮਾਂ ਆ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਰਿਸ਼ਤੇਦਾਰ, ਤੂੰ ਮੇਰਾ ਭਰਾਤਾ, ਮੇਰਾ ਭਰਾ ਵੀ ਤੂੰ ਹੀ ਹੈ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਓ। ਅੱਜ ਇੰਨੇ ਲਾਲਚ ਵੱਧ ਗਏ, ਭਰਾ ਦਾ ਕਤਲ, ਬਹੁਤ ਬੁਰਾ ਹਾਲ ਸੰਸਾਰ ਦੇ। ਖਬਰਾਂ ਤੁਸੀਂ ਕਿਤੇ ਸੁਣ ਲੱਗ ਜਾਓ, ਉਹ ਰੂਹ ਕੰਬ ਜਾਂਦੀ ਵੀ ਇਹ ਕੀ ਹੋ ਰਿਹਾ ਹੈ। ਮਹਾਰਾਜ ਕਹਿੰਦੇ ਸਖਾ ਤੇ ਗੁਰੂ ਹੈ, ਸਖਾ ਤੇ ਰੱਬ ਹੀ ਹੈ। ਗੁਰੂ ਰਾਮਦਾਸ ਜੀ ਕਹਿੰਦੇ ਮੇਰਾ ਮਿੱਤਰ ਤੇ ਮੇਰਾ ਸਖਾ ਪਰਮਾਤਮਾ ਹੀ ਹੈ। ਉਤਕ ਲਤ ਮੋਹ ਬਿਖ ਹੈ, ਅੰਤ ਬਿਨੇ ਕੋਈ ਨਾ ਹੋਏ। ਪੁੱਤ ਧੀਆਂ ਪੁੱਤਰ ਕਲੱਤ ਦਾ ਅਰਥ ਹੈ ਘਰ ਵਾਲੀ, ਮੋਹ ਬਿਖ ਹੈ, ਇਹਨਾਂ ਦਾ ਮੋਹ ਤੇ ਯੈਰ ਹੈ। ਮਹਾਰਾਜ ਕਹਿੰਦੇ ਨਾ ਘਰ ਕੀ ਨਾਦ ਬਹੁਤ ਹਿਤ ਜਾਨ ਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਿਤੇ ਨਾ ਕਿਤੇ ਨਾ ਗੁਰਮੁਖ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਗੱਲ ਹੁੰਦੀ ਹੈ। ਉਹ ਭਾਵੇਂ ਪਤੀ ਪਤਨੀ ਦਾ ਰਿਸ਼ਤਾ ਹੈ, ਮਾਂ ਕਿਤੇ ਨਾ ਕਿਤੇ ਰਿਸ਼ਤੇ 'ਚ ਨਾ ਅੰਦਰ ਖੋਟ ਚੱਲ ਰਹੀ ਹੁੰਦੀ ਹੈ। ਸੱਚ ਹੈ ਇਹ, ਕਿਤੇ ਨਾ ਕਿਤੇ ਉਹ ਬੰਦਾ ਪ੍ਰਗਟ ਨਾ ਕਰੇ, ਕਿਤੇ ਨਾ ਕਿਤੇ ਉਹ ਅੰਦਰੋਂ ਕਈ ਵਾਰੀ ਨਾ ਇਹੋ ਜਿਹੇ ਬਾਪ ਵੀ ਹੁੰਦੇ, ਆਪਣੇ ਪੁੱਤ ਦੀ ਪ੍ਰਾਪਤੀ ਤੇ ਵੀ ਉਹਨਾਂ ਨੂੰ ਜਲਨ ਹੁੰਦੀ ਹੈ, ਮੇਰੇ ਨਾਲੋਂ ਅੱਗੇ ਲੰਘ ਗਿਆ। ਇਹ ਸਾਰਿਆਂ ਦੀ ਇੱਥੇ ਗੱਲ ਨਹੀਂ ਹੈ, ਪਰ ਅੱਜ ਕਿਸੇ ਨਾ ਕਿਸੇ ਦੇ ਅੰਦਰ ਖੋਟ ਹੁੰਦੀ ਕਿਸੇ ਦੇ ਪ੍ਰਤੀ। ਮਹਾਰਾਜ ਕਹਿੰਦੇ ਪੁੱਤ ਕਲੱਤ ਮੋਹ ਬਿਖ ਹੈ, ਧੀਆਂ ਪੁੱਤਰਾਂ ਦਾ ਘਰ ਵਾਲੀ ਦਾ ਜਿਹੜਾ ਮੋਹ ਆ ਉਹ ਯਾਰ ਅੰਤ ਬੇਲੀ ਕੋਏ ਨਾ ਹੋਏ। ਅੰਤ ਨੂੰ ਇਹ ਕੋਈ ਸਾਥ ਨਹੀਂ ਦਿੰਦਾ। ਬਿਪਤ ਪਰੀ ਸਭ ਹੀ ਸੰਗ ਛਾੜਤ ਤੂੰ ਨਾ ਆਵਤ ਨੇੜੇ, ਫਿਰ ਨੇੜੇ ਕੋ ਨਹੀਂ ਢੁਕਦਾ। ਹਰ ਬਿਨ ਤੇਰੋ ਕੋ ਨਾ ਸਹਾਈ, ਕਾਂ ਕੀ ਮਾਤ ਪਿਤਾ ਸੁਤ ਬਣਤਾ ਉਹ ਕਾਹੂ ਕੋ ਭਾਈ। ਮਹਾਰਾਜ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਏ। ਭਾਈ ਧੀਆਂ ਪੁੱਤਰਾਂ ਨੇ ਘਰ ਵਾਲਿਆਂ ਨੇ ਫਿਰ ਕਿਸੇ ਕੰਮ ਨਹੀਂ ਆਉਣਾ ਹੈ। ਗੁਰਮਤਿ ਹਰਿ ਲਿਵ ਉਪਰੇ, ਅਲਿਪਤ ਰਹੇ ਸਰਨਾਏ। ਗੁਰਮਤਿ ਤੇ ਚੱਲਿਆ ਹਰ ਲਿਵ ਉਪਰੇ, ਲਿਵ ਸੁਰਤ ਉੱਚੀ ਹੋ ਜਾਂਦੀ ਮਨੁੱਖ ਦੀ। ਅਲਿਪਤ ਰਹੇ ਸਰਨਾਏ, ਸ਼ਰਨ ਚ ਪਿਆ ਮਨੁੱਖ ਮਾਇਆ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ। ਉਹਨੇ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਕਹਿੰਦੇ ਉਹਨੇ ਚੱਲਣ ਸਦਾ ਨਿਹਾਲਿਆ, ਨਿਹਾਲੇ ਦਾ ਰੂਪ ਵੇਖਣਾ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਨਾ ਜੁੜ ਗਏ, ਉਹਨਾਂ ਦੇ ਮਨ 'ਚ ਇੱਕ ਗੱਲ ਚੱਲਦੀ ਰਹਿੰਦੀ ਵੀ ਅਸੀਂ ਚਲੇ ਜਾਣਾ ਇੱਕ ਦਿਨ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਨਾ ਸਿੱਖਾਂ ਨੇ ਇੱਕ ਸਵਾਲ ਕੀਤਾ, ਕਹਿੰਦੇ ਮਹਾਰਾਜ ਵੀ ਅਸੀਂ ਕਿਵੇਂ ਅੰਦਾਜ਼ਾ ਲਾਈਏ ਵੀ ਆਹ ਗੁਰਮੁਖ ਹੈ ਤੇ ਆਹ ਮਨਮੁਖ ਹੈ। ਮਹਾਰਾਜ ਨੇ ਕਿਹਾ ਸੀ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਦੇ ਵਿਥਾਦ। ਕਹਿੰਦੇ ਤੁਸੀਂ ਨਾ ਇੱਕ ਬੰਦੇ ਦੀ ਪਰਖ ਕਰ ਸਕਦੇ ਹੋ ਵੀ ਗੁਰਮੁਖ ਕੌਣ ਹੈ। ਕਹਿੰਦੇ ਜਿਨ੍ਹਾਂ ਨੇ ਜਾਣਾ ਨਾ ਮੈਂ ਚਲੇ ਜਾਣਾ, ਇਹ ਗੱਲ ਨੂੰ ਸਮਝ ਲਿਆ। ਕਹਿੰਦੇ ਸੇ ਕਿਉਂ ਕਦੇ ਵਿਥਾਦ, ਕਹਿੰਦੇ ਉਹ ਕੋਈ ਧਨ ਦੌਲਤ ਜਾਇਦਾਦ ਇਕੱਠੀ ਨਹੀਂ ਕਰੇਗਾ। ਜਿਹੜਾ ਗੁਰਮੁਖ ਬੰਦਾ ਹੈ ਉਹ ਕੀ ਕਰੇਗਾ, ਨਾਮ ਧਨ ਇਕੱਠਾ ਕਰੇਗਾ। ਚੱਲਣ ਸਾਰ ਨਾ ਜਾਣਨੀ ਕਾਜ ਸਵਾਰ ਨਹਾਰ। ਜਿਹੜੇ ਮਨਮੁਖ ਨੇ ਉਹ ਚੱਲਣ ਦੀ ਸਾਰ ਨਹੀਂ ਜਾਣਦੇ, ਉਹ ਕਾਜ ਸਵਾਰਨ ਤੇ ਲੱਗੇ ਹੋਏ ਹੈ। ਇਹ ਗੁਰਮੁਖ ਤੇ ਮਨਮੁਖ ਦੀ ਨਿਸ਼ਾਨੀ ਹੈ। ਜਿਹੜਾ ਗੁਰਮੁਖ ਹੈ ਉਹਨਾਂ ਧਨ ਨਹੀਂ ਜੋੜ ਕੇ ਰੱਖਦਾ, ਤੇ ਮਨਮੁਖ ਜਿਹੜਾ ਉਹ ਕਾਜ ਸਵਾਰਨ ਤੇ ਲੱਗਾ ਰਹਿੰਦਾ ਅਖੀਰਲੇ ਸਮੇਂ ਤੱਕ। ਵੀ ਆਹ ਵੀ ਮੇਰਾ ਕੰਮ, ਉਹ ਮੰਜੇ ਤੇ ਪਿਆ ਵੀ ਧੀਆਂ ਪੁੱਤਰਾਂ ਦੇ ਕੰਮ ਸਵਾਰਨੇ ਚਾਹੁੰਦਾ ਹੈ। ਬਜ਼ੁਰਗ ਸੀ ਇੱਕ, ਮੰਜੇ ਤੇ ਪਿਆ ਤੇ ਉਹਨੂੰ ਪਤਾ ਲੱਗ ਗਿਆ ਵੀ ਹੁਣ ਜਾਣ ਦਾ ਟਾਈਮ, ਉਹਦੇ
ਦੋ ਪੁੱਤਰ ਸੀ ਉਹਦੇ, ਕਹਿੰਦਾ ਵੀ ਇੱਕ ਕਾਪੀ ਪੈਨ ਲੈ ਕੇ ਆਓ ਮੇਰੇ ਕੋਲ। ਉਹਨਾਂ ਲਿਆਂਦਾ ਤੇ ਕਹਿੰਦਾ ਲਿਖੋ। ਕਹਿੰਦੇ ਲਿਖਾ ਬਾਪੂ। ਕਹਿੰਦਾ ਜੀ ਆ ਤੁਹਾਡੇ ਮਾਮਾ ਜੀ ਤੋਂ ਲੈਣੇ ਜੇ ਇੰਨੇ ਪੈਸੇ, ਇੰਨੀ ਬਣ ਗਈ ਜੇ ਵਿਆਜ, ਤੇ ਫਲਾਣੇ ਕਾਰਜ ਲਈ ਉਹ ਲਗਿਆ ਸੀ, ਤੇ ਆਪਣੇ ਪਿੰਡ ਚੋਂ ਫਲਾਣੇ ਤੋਂ ਇੰਨੇ ਲੈਣੇ ਜੇ, ਫਲਾਣੇ ਤੋਂ ਉਹਨੇ ਸਾਰੇ ਵਿਆਜ ਸਮੇਤ ਲਿਖਾ ਦਿੱਤੇ ਵੀ ਲੈ ਲਿਓ, ਵੀ ਮੈਂ ਕਿਤੇ ਚਲਾ ਗਿਆ ਤੇ ਮੇਰੇ ਤੋਂ ਪੈਸੇ ਲਏ ਸੀ। ਉਹ ਸਾਰਿਆਂ ਦੇ ਨਾਂ ਲਿਖਾਤੇ, ਵਿਆਜ ਵੀ ਲਿਖਾਤੀ। ਤੇ ਹੁਣ ਪੁੱਤਰਾਂ ਨੇ ਪੁੱਛਿਆ, ਕਹਿੰਦੇ ਬਾਪੂ ਇਹ ਵੀ ਲਿਖਾ ਦੇ ਵੀ ਦੇਣੇ ਕਿਹਦੇ ਕਿਹਦੇ ਹੈ। ਤੇ ਅੱਗੋਂ ਉਹ ਬਜ਼ੁਰਗ ਕਹਿੰਦਾ ਵੀ ਜਿਹਦੇ ਲੈਣੇ ਉਹ ਤੇ ਲੈ ਲਿਓ, ਤੇ ਜੇ ਕੋਈ ਮੰਗਣ ਆਇਆ ਵੀ ਜਿਹਦੇ ਦੇਣੇ ਹੈ ਤੇ ਉਹਨੂੰ ਕਿਹਾ ਅਸੀਂ ਕਿਹੜੇ ਤੁਹਾਡੇ ਤੋਂ ਲਏ ਸੀ, ਬਾਪੂ ਨੇ ਲਏ ਸੀ। ਜਿੱਧਰ ਬਾਪੂ ਚਲਾ ਗਿਆ ਉਧਰ ਤੁਹਾਡੇ ਪੈਸੇ ਵੀ ਚਲੇ ਗਏ, ਵੀ ਬਾਪੂ ਤੋਂ ਮੰਗ ਲਓ ਜਾ ਕੇ। ਮਨੁੱਖ ਮਰਨ ਲੱਗਾ ਵੀ ਆਹ ਕੁਝ ਕਰਦਾ ਹੈ। ਕਹਿੰਦਾ ਜਿਹਦੇ ਤੋਂ ਲੈਣੇ ਉਹ ਤੇ ਲੈ ਲਿਓ, ਵਿਆਜ ਸਮੇਤ ਲਿਓ। ਜਿਹਦੇ ਦੇਣੇ ਆਖਿਓ ਵੀ ਬਾਪੂ ਨੇ ਲਏ, ਅਸੀਂ ਕਿਹੜੇ ਲਏ ਸੀ, ਜਿੱਧਰ ਬਾਪੂ ਗਿਆ ਉਧਰ ਤੁਹਾਡੇ ਪੈਸੇ ਗਏ, ਵੀ ਵਿਆਜ ਇਹ ਨਾ ਲੈ ਹੀ ਲਿਓ। ਮਹਾਰਾਜ ਕਹਿੰਦੇ ਮਨਮੁਖ ਹੈ। ਤੇ ਜਿਹੜੇ ਗੁਰਮੁਖ ਨੇ ਉਹ ਨਹੀਂ, ਧੰਨ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਇਕੱਠਾ ਜੋ ਉਹਦੇ ਨਾਮ ਧੰਨ ਨੂੰ ਖਤਰ ਕਰ ਦਿਓ। ਕਹਿੰਦੇ ਭਲਿਓ ਨਾਲ ਕਿਹੜਾ ਜਾਣਾ ਜੋ ਇਕੱਠਾ ਕਰ ਰਹੇ ਹਾਂ। ਗੁਰਮੁਖ ਦਰਗਹਿ ਬੰਨੀਐ ਹੈ, ਹਰਿ ਆਪ ਲਏ ਗਲ ਲਾਏ। ਗੁਰਮੁਖ ਨੂੰ ਦਰਗਾਹ 'ਚ ਮੰਨਿਆ ਜਾਂਦਾ ਹੈ। ਹਰ ਆਪ ਲਏ ਗਲ, ਹਰ ਆਪ ਗਲ ਲਾਉਂਦਾ ਹੈ ਗੁਰਮੁਖ। ਜਿਹੜਾ ਜੰਮ ਕੇ ਜਾਂਦਾ ਹੈ, ਪਰਮਾਤਮਾ ਉਹਨੂੰ ਭਾਈ ਬੜਾ ਸਤਿਕਾਰ ਦਿੰਦਾ ਹੈ, ਮਾਣ ਦਿੰਦਾ ਹੈ, ਪਿਆਰ ਦਿੰਦਾ ਹੈ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨ ਕੋਈ ਪਾਏ। ਗੁਰਮੁਖਾਂ ਨੂੰ ਪੰਥ ਰਸਤੇ ਨੂੰ ਕਹਿੰਦੇ ਪ੍ਰਗਟਾ, ਕਹਿੰਦੇ ਰਸਤਾ ਜਿਹੜਾ ਨਾ ਉਹ ਪ੍ਰਗਟ ਹੋ ਜਾਂਦਾ ਹੈ। ਰਸਤਾ ਵਿਖਾ ਦਿੰਦੇ ਗੁਰੂ, ਵੇਖ ਲੈਂਦੇ ਨੇ ਰਸਤੇ ਨੂੰ, ਤੇ ਉਸ ਰਸਤੇ 'ਚ ਦਰ ਠਾਕ ਨਾ ਕੋਈ ਪਾਏ। ਕਹਿੰਦੇ ਰੋਗ ਕੋਈ ਨਹੀਂ ਲਾ ਸਕਦਾ। ਗੁਰਮੁਖ ਦੇ ਰਸਤੇ ਤੇ ਚੱਲਦਾ ਹੈ ਨਾ, ਇਹ ਨਹੀਂ ਹੈਗਾ ਵੀ ਕੋਈ ਆਖੇਗਾ ਬਾਂਹ ਫੜ ਕੇ ਰਸਤੇ ਤੋਂ ਬਾਹਰ ਸੁੱਟ ਦੇਗਾ ਕੱਢ ਕੇ ਵੀ ਇੱਧਰ ਤੂੰ ਕੀ ਲੈਣ ਜਾ ਰਿਹਾ। ਕਹਿੰਦੇ ਫਿਰ ਗੁਰੂ ਬਾਂਹ ਪਕੜ ਕੇ ਉਸ ਰਸਤੇ ਤੇ ਤੋਰ ਕੇ ਉਹਨੂੰ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ ਜੀ। ਹਰਿ ਨਾਮ ਸਲਾਹਣ ਨਾਮ ਮਨ, ਉਹ ਨਾਮ ਨੂੰ ਹੀ ਸੁਣਾਉਂਦੇ ਤੇ ਨਾਮ ਨੂੰ ਹੀ ਮੰਨਦੇ ਹਨ। ਨਾਮ ਰਹਿਣ ਲਿਵ ਲਾਏ। ਉਹ ਨਾਮ ਨਾਲ ਹੀ ਸੁਰਤ ਜੋੜ ਕੇ ਰੱਖਦੇ ਜਿਹੜੇ ਗੁਰਮੁਖ ਹਨ ਜੀ। ਅਨਹਦ ਧੁਨੀ ਦਰ ਵੱਜਦੇ। ਕਹਿੰਦੇ ਫਿਰ ਅਨਹਦ ਸ਼ਬਦ ਉਹਨਾਂ ਦੇ ਅੰਦਰ ਵੱਜਦਾ ਹੈ। ਇਹ ਖੁਸ਼ੀ ਦਾ ਵੱਜ ਹੈ ਜੀ। ਜਿਹੜੇ ਗੁਰਮੁਖ ਨੇ ਉਹ ਹਮੇਸ਼ਾ ਆਨੰਦ 'ਚ ਰਹਿੰਦੇ ਹੈ, ਉਹ ਖੁਸ਼ੀ ਪ੍ਰਸੰਨਤਾ 'ਚ ਜੀਵਨ ਜਿਉਂਦੇ ਹਨ। ਦਰ ਸਚੈ ਸੁਭਾ ਪਾਏ। ਕਹਿੰਦੇ ਸੱਚੇ ਦਰ ਤੇ ਫਿਰ ਉਹ ਸ਼ੋਭਾ ਪਾਉਂਦੇ ਹੈ। ਪੰਕਤੀਆਂ ਬਹੁਤ ਮੇਰੀ ਪੜੀਆਂ ਵਿੱਚ, ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਦਰਗਾਹ 'ਚ ਮਾਣ ਸਤਿਕਾਰ ਸਰੂਪਾ ਮਿਲਦਾ ਹੈ, ਉੱਥੇ ਜੀ ਆਇਆਂ ਨੂੰ ਕਿਹਾ ਜਾਂਦਾ ਹੈ। ਉੱਥੇ ਉਹ ਇਹੋ ਜਿਹਾ ਗੁਰਮੁਖ ਉਹ ਆਪ ਹੀ ਨਹੀਂ ਰੱਬ ਦੇ ਘਰ ਪ੍ਰਵਾਨ ਹੁੰਦਾ, ਉਹ ਆਪਣੀਆਂ ਕੁੱਲਾਂ ਨੂੰ ਵੀ ਤਾਰ ਜਾਂਦਾ ਹੈ। ਗੁਰਮੁਖ ਨਾਮ ਸਲਾਹਿਆ। ਜਿਨ੍ਹਾਂ ਗੁਰਮੁਖਾਂ ਨੇ ਨਾਮ ਨੂੰ ਸਲਾਹਿਆ, ਵੀ ਨਾਮ ਜਪਿਆ, ਨਾਮ ਦੀ ਸਿਫਤ ਕੀਤੀ ਹੈ, ਬਿਨਾ ਸਭ ਕੋ ਕਹੈ ਸ਼ਾਬਾਸ਼। ਉਹਨਾਂ ਨੂੰ ਸਾਰੇ ਹੀ ਸ਼ਾਬਾਸ਼ ਹੀ ਕਹਿੰਦੇ ਹੈ। ਅੱਜ ਨਾ ਚਲੋ ਸਮਾਂ ਠੀਕ ਨਹੀਂ ਹੈ, ਪਰ ਜੇ ਕੋਈ ਬੱਚਾ ਗੁਰੂ ਘਰ ਨਾਲ ਜੁੜ ਜਾਂਦਾ ਹੈ ਤੇ ਰਿਸ਼ਤੇਦਾਰ ਸਾਰੇ ਉਹਨੂੰ ਚੰਗਾ ਕਹਿੰਦੇ ਹੈ। ਕਹਿੰਦੇ ਚੰਗਾ ਹੈ ਬੱਚਾ, ਵੀ ਬਾਣੀ ਪੜ੍ਹਨ ਲੱਗ ਪਿਆ, ਗੁਰੂ ਘਰ ਦੇ ਨਾਲ ਜੁੜ ਗਿਆ, ਉਹਨੂੰ ਸ਼ਾਬਾਸ਼ ਕਹਿੰਦੇ ਪੁੱਤਰ ਠੀਕ ਹੈ। ਪਰ ਅੱਜ ਹੁਣ ਹਾਲਤ ਥੋੜੀ ਜਿਹੀ ਨਾ ਸਾਡੀ ਬੜੀ ਨਿਗਰ ਚੁੱਕੀ ਹੈ, ਕਿਤੇ ਸਾਡੇ ਪਦਵੀ ਵਾਲਿਆਂ ਕੋਲ ਗੁਣ ਚੰਗੇ ਨਹੀਂ ਰਹੇ। ਗ੍ਰੰਥੀ ਸਿੰਘ ਹੈ ਨਾ, ਕੋਈ ਮੰਨਦਾ ਹੈ ਤੇ ਉਹ ਚੰਗੇ ਗੁਣਾਂ ਨਾਲ ਨਹੀਂ ਜਿਉਂਦਾ ਹੈ। ਕਿਤੇ ਨਾ ਕਿਤੇ ਜੋ ਪੜ੍ਹਦਾ ਹੈ ਨਾ ਉਹਦੇ ਜੀਵਨ 'ਚੋਂ ਨਜ਼ਰ ਨਹੀਂ ਆਉਂਦਾ ਹੈ, ਤੇ ਇੱਕ ਅਸੀਂ ਸਤਿਕਾਰ ਕਰਨਾ ਛੱਡ ਦਿੱਤਾ ਹੈ। ਤੇ ਹੁਣ ਸਾਡੇ ਬੱਚੇ ਇਸ ਪਾਸੇ ਆ ਹੀ ਨਹੀਂ ਰਹੇ। ਸ਼ਾਇਦ ਜਿਹੜਾ ਅੱਜ ਕੀਰਤਨੀਆ ਸਿੰਘ ਆਪਣੇ ਬੱਚੇ ਨੂੰ ਕੀਰਤਨੀਆ ਨਹੀਂ ਬਣਾਉਣਾ ਚਾਹੁੰਦਾ ਹੈ, ਕਾਰਨ ਕਿਤੇ ਨਾ ਕਿਤੇ ਵੀ ਮਾਣ ਸਤਿਕਾਰ ਨਹੀਂ ਉਹਨਾਂ ਨੂੰ ਮਿਲਦਾ ਹੈ, ਜਾਂ ਉਹਨਾਂ ਦਾ ਗੁਜ਼ਾਰਾ ਵੀ ਨਹੀਂ ਕਈ ਵਾਰੀ ਚੱਲਦਾ। ਹਾਲਤ ਕਈ ਵਾਰੀ ਇਹੋ ਜਿਹੀ ਹੋ ਜਾਂਦੀ ਹੈ ਵੀ ਹੁਣ ਸਾਰਿਆਂ ਜ਼ਰੂਰਤਾਂ, ਸਾਰਿਆਂ ਦਾ ਦਿਲ ਕਰਦਾ ਬੱਚੇ ਚੰਗੇ ਸਕੂਲਾਂ 'ਚ ਪੜ੍ਹਨ, ਚੰਗੇ ਉਹਨਾਂ ਨੂੰ ਸਾਰਾ ਕੁਝ, ਤੇ ਕੰਮ ਔਖਾ ਹੈ। ਹੁਣ ਫਿਰ ਇਸ ਪਾਸੇ ਨਹੀਂ ਕੋਈ ਗ੍ਰੰਥੀ ਸਿੰਘ ਆਪਣੇ ਬੱਚੇ ਨੂੰ ਨਹੀਂ ਕੋਈ, ਹੁਣ ਮਾਫ ਕਰਨਾ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਾਠ ਕਰਨ ਲਈ ਪਾਠੀ ਸਿੰਘ ਨਹੀਂ ਲੱਭਣੇ। ਹਾਲਤ ਇਹੋ ਜਿਹੀ ਹੈ। ਤੇ ਮਾਂ ਪਿਓ ਬੱਚੇ ਨੂੰ ਇੱਧਰ ਜੋੜਨਾ, ਕਹਿੰਦੇ ਅਸੀਂ ਬਾਬਾ ਥੋੜ੍ਹੀ ਬਣਾਉਣਾ ਆਪਣੇ ਬੱਚੇ ਨੂੰ, ਬਾਬਾ ਨਹੀਂ ਬਣਾਉਣਾ। ਸੰਥਿਆ ਹਰੇਕ ਵਾਸਤੇ ਜ਼ਰੂਰੀ ਹੈ, ਗੁਰਬਾਣੀ ਦੀ ਸੰਥਿਆ ਕਰਨੀ, ਜੁੜਨਾ, ਹਰੇਕ ਸਿੱਖ ਨੂੰ ਗੁਰਬਾਣੀ ਦੀ ਸੰਥਿਆ ਕਰਨੀ ਜ਼ਰੂਰੀ ਹੈ।
ਹਾਲਾਤ ਥੋੜ੍ਹੇ ਜਿਹੇ ਠੀਕ ਨਹੀਂ ਹੈ। ਪਰ ਇੱਥੇ ਮਹਾਰਾਜ ਕਹਿੰਦੇ ਜਿਹੜੇ ਜੁੜ ਜਾਂਦੇ ਨਾ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ। ਚਲੋ ਜੇ ਚੰਗੇ ਲੋਕ ਤੇ ਚੰਗਾ ਕਹਿੰਦੇ ਹੀ ਆ ਨਾ ਉਹਨਾਂ ਨੂੰ, ਜਿਹੜੇ ਚੰਗੇ ਤੇ ਚੰਗੇ ਨੂੰ ਚੰਗਾ ਕਹਿੰਦੇ ਹੀ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਜਿਨ੍ਹੇ ਗੁਰਮੁਖ ਨਾਮ ਸਲਾਹਿਆ ਤਿੰਨਾ ਸਭ ਕੋ ਕਹੇ ਸ਼ਾਬਾਸ਼। ਜਿਹੜੇ ਨਾਮ ਜਪਦੇ ਉਹਨਾਂ ਨੂੰ ਸਾਰੇ ਸ਼ਾਬਾਸ਼ ਦਿੰਦੇ ਹਨ। ਇਨਕੇ ਸੰਗਤ ਦੇਹ ਪ੍ਰਭ, ਫਿਰ ਜਪਣ ਵਾਲਿਆਂ ਦੀ ਪ੍ਰਭੂ ਜੀ ਮੈਨੂੰ ਸੰਗਤ ਦਿਓ। ਹੁਣ ਅਸਲ ਵਿੱਚ ਜਪਦੇ ਤੇ ਹੁਣ ਜ਼ਿਆਦਾ ਫਿਰ ਰਾਗੀ ਸਿੰਘ ਹੈ, ਨਾ ਕੋਈ ਕਥਾਵਾਚਕ, ਕੋਈ ਗ੍ਰੰਥੀ ਸਿੰਘ ਹੈ, ਕੋਈ ਪਾਠੀ ਸਿੰਘ ਹੈ, ਕਿ ਅਸੀਂ ਉਹਨਾਂ ਦੀ ਸੰਗਤ ਮੰਨਦੇ ਹਾਂ। ਅਸੀਂ ਕੀ ਉਹਨਾਂ ਦੀ ਸੰਗਤ ਮੰਗਦੇ ਹਾਂ? ਉਹਨਾਂ ਦੀ ਸੰਗਤ ਹੈ ਜਿਨ੍ਹਾਂ ਕੋਲ ਕੁਝ ਹੈ ਤੇ ਜਿਨ੍ਹਾਂ ਕੋਲ ਗਿਆ ਸਾਨੂੰ ਵੀ ਕੁਝ ਮਿਲਣਾ ਹੈ। ਜਿੱਥੇ ਜਾਏ ਬਹੀਏ ਭੜਾ ਕਹੀਏ ਝੋਲ ਅੰਮ੍ਰਿਤ ਪੀਜੇ, ਉਹਦੇ ਜਿੱਥੇ ਵੀ ਬਹਿਣਾ ਝੋਲ ਅੰਮ੍ਰਿਤ ਪੀਣਾ ਹੈ। ਗੁਰਮੁਖੋ ਇਹ ਸਾਨੂੰ ਜ਼ਰੂਰ ਸੰਗਤ ਕਰੋ। ਚਲੋ ਇਹ ਤੇ ਆਪਾਂ ਗੁਰੂ ਸਾਹਿਬ ਦੀ ਸੰਗਤ ਕਰਦੇ ਹਾਂ ਤੇ ਜ਼ਰੂਰੀ ਹੈ, ਨਾ ਤਾਂ ਜ਼ਰੂਰੀ ਹੈ। ਜੇ ਅਸੀਂ ਇੱਕ ਦੂਸਰੇ ਦੀ ਵੀ ਸੰਗਤ ਕਰਦੇ, ਸਾਨੂੰ ਗੁਰੂ ਤੇ ਰੱਬ ਦੀ ਗੱਲ ਕਰਨੀ ਚਾਹੀਦੀ। ਫੋਨ ਤੇ ਸਾਨੂੰ ਗੱਲ ਕਰਨੀ ਚਾਹੀਦੀ ਹੈ, ਵਾਹਿਗੁਰੂ ਸ਼ਬਦ ਦਾ ਉਚਾਰਨ ਕਰੋ, ਔਰ ਵੱਧ ਤੋਂ ਵੱਧ ਜਿਹੜੀ ਆਪਣੀ ਬਿਰਤੀ ਨੇ ਇਸ ਪਾਸੇ ਲਾ ਕੇ ਸਾਨੂੰ ਰੱਖਣੀ ਚਾਹੀਦੀ ਹੈ। ਗੁਰੂ ਸਾਹਿਬ ਕਿਰਪਾ ਕਰਨ। ਤੇ ਮਹਾਰਾਜ ਕਹਿੰਦੇ ਆ ਵੀ ਜਿਨ੍ਹਾਂ ਨੇ ਭਾਈ ਚੰਗਿਆਂ ਦੀ ਸੰਗਤ ਕੀਤੀ ਹੈ ਔਰ ਉਹ ਚੰਗੇ ਬਣ ਜਾਂਦੇ ਆ। ਅਸੀਂ ਮੰਗਦੇ ਨਹੀਂ ਰੋਜ਼ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਤੇ ਮਹਾਰਾਜ ਕਹਿੰਦੇ ਇੱਕ ਬੇਨਤੀ ਵੀ ਅਸੀਂ ਕਰਦੇ ਹਾਂ ਵੀ ਉਹਨਾਂ ਦੀ ਸੰਗਤ ਦਿਓ ਜੀ। ਮੈਂ ਜਾਚਕ ਕੀ ਅਰਦਾਸ, ਜਾਚਕ ਮੰਗਣ ਵਾਲੇ ਨੂੰ ਕਹਿੰਦੇ ਮੇਰੀ ਮੰਗਤੇ ਦੀ ਅਰਦਾਸ ਹੈ ਵੀ ਚੰਗਿਆਂ ਦੀ ਸੰਗਤ ਦਿਓ। ਤੇ ਜੇ ਚੰਗੇ ਨੂੰ ਅਸੀਂ ਚੰਗਾ ਸਮਝ, ਹੁਣ ਚੰਗਾ ਤੇ ਪਿੰਡ ਦਾ ਗ੍ਰੰਥੀ ਹੋ ਸਕਦਾ, ਪਿੰਡ ਦੇ ਗ੍ਰੰਥੀ ਦੀ ਸੰਗਤ ਕੋਈ ਨਹੀਂ ਕਰਨੀ ਚਾਹੁੰਦਾ। ਉਹ ਤਾਂ ਪਾਰਟੀਆਂ ਨੇ ਵੰਡਿਆ ਹੋਇਆ ਵੀ ਅਸੀਂ ਇਸ ਗ੍ਰੰਥੀ ਤੋਂ ਪਾਠ ਕਰਾਉਣਾ, ਦੂਸਰਾ ਇਸ ਤੋਂ। ਹੁਣ ਤੇ ਇੱਕ ਗੁਰਦੁਆਰੇ 'ਚ ਗੋਲਕਾਂ ਵੀ ਦੋ ਪਈਆਂ, ਫਲਾਣੇ ਗ੍ਰੰਥੀ ਦੀ ਗੋਲਕ ਤੇ ਆ ਦੂਸਰੇ ਗ੍ਰੰਥੀ ਦੀ ਗੋਲਕ ਹੈ। ਤੇ ਫਿਰ ਸਿੱਖਿਆ ਕਿੱਥੋਂ ਮਿਲਣੀ ਹੈ ਵੀ? ਜਿੱਥੋਂ ਸਿੱਖਿਆ ਮਿਲਣੀ ਉੱਥੇ ਵੀ ਵੈਰ ਵਿਰੋਧ ਅਸੀਂ ਸ਼ੁਰੂ ਕਰ ਦਿੱਤਾ ਹੈ। ਜੇ ਬਾਹਰੋਂ ਕਿਤੇ ਕਲਪੇ ਕੋਈ ਲੜੇ ਝਗੜੇ ਜਾਂ ਆਉਣੇ